ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅੱਜ ਦੇ ਇਸ ਟੌਪਿਕ ਦੇ ਵਿੱਚ ਅਸੀਂ ਗੱਲ ਕਰਾਂਗੇ ਐਂਗਲੋ ਸਿੱਖ ਰਿਲੇਸ਼ਨਸ ਦੀ, ਯਾਨੀ ਕਿ ਐਂਗਲੋ ਸਿੱਖ ਦਾ ਜਿਹੜਾ ਸੰਬੰਧ ਰਿਹਾ ਹੈ ਸੋ ਉਸ ਬਾਰੇ। ਸੋ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਕਾਫੀ ਸਾਰੇ ਖੇਤਰ ਆਪਣੇ ਅਧੀਨ ਕਰ ਲਏ ਤਾਂ ਉਸੇ ਸਮੇਂ ਹੀ ਭਾਰਤ ਦੇ ਵਿੱਚ ਜਿਹੜਾ ਉਸ ਸਮੇਂ ਹੈ ਨਾ ਅੰਗਰੇਜ਼ਾਂ ਦਾ ਵੀ ਜਿਹੜਾ ਸਿਸਟਮ ਉਹ ਸ਼ੁਰੂ ਹੋ ਚੁੱਕਿਆ ਸੀ। ਤਾਂ ਉਹਨਾਂ ਦੋਨਾਂ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਨਾ ਸੰਬੰਧ ਇਸੇ ਸਮੇਂ ਦੇ ਦੌਰਾਨ, ਯਾਨੀ ਕਿ 1800 ਤੋਂ ਲੈ ਕੇ 1809 ਤੱਕ ਦੇ ਸਮੇਂ ਦੇ ਦੌਰਾਨ 39 ਤੱਕ ਦੇ ਤਾਂ ਕੀ ਕੁਝ ਵਾਪਰਿਆ, ਕਿਹੜੀਆਂ ਸੰਧੀਆਂ ਹੋਈਆਂ ਇਸ ਦੇ ਸਮਰਾਜ ਨੂੰ ਲੈ ਕੇ ਜਾਂ ਕਿਵੇਂ ਹੈ ਨਾ। ਸੋ ਸਾਰਾ ਕੁਝ ਇਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੋ ਤੁਹਾਨੂੰ ਮਾਸਟਰ ਕੇਡਰ, ਐਨਟੀਟੀ, ਪਟਵਾਰੀ, ਪੀਐਸਪੀਸੀਐਲ, ਪੰਜਾਬ ਪੁਲਿਸ ਸੁਪਰਵਾਈਜ਼ਰ ਅਤੇ ਪੀਐਸਟੈਟ ਐਗਜ਼ਾਮ ਦੇ ਲਈ ਹੈਲਪਫੁਲ ਰਹੂਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਹੈ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਤਾਂ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਜੋ ਸੰਬੰਧ ਰਹੇ ਨੇ ਉਹਨਾਂ ਨੂੰ ਦੋ ਪਾਰਟ ਦੇ ਵਿੱਚ ਵੰਡਿਆ ਜਾਂਦਾ ਹੈ। ਇਹ ਸਮਾਂ ਸ਼ੁਰੂ ਹੁੰਦਾ ਹੈ 1800 ਤੋਂ ਲੈ ਕੇ 1839 ਤੱਕ। ਇਹ ਦੋ ਸਮਿਆਂ ਦੇ ਦੌਰਾਨ ਜਿਹੜਾ ਕਹਿ ਸਕਦੇ ਹੈਗੇ ਕਿ ਇਹਨਾਂ ਨੂੰ ਦੋ ਅੱਗੇ ਪੜਾਵਾਂ ਦੇ ਵਿੱਚ ਵੰਡਿਆ ਹੋਇਆ ਹੈ। ਸੋ 1809 ਤੋਂ ਲੈ ਕੇ 1809 ਤੱਕ, ਅੱਗੇ 1809 ਤੋਂ ਲੈ ਕੇ 1839 ਤੱਕ ਦੋ ਕਾਲਾਂ ਦੇ ਵਿੱਚ ਹੈ। ਸੋ ਇਹਨਾਂ ਵਿੱਚ ਜੋ ਸੰਬੰਧ ਰਹੇ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਕਦੇ ਤਣਾਅਪੂਰਨ ਰਹੇ, ਠੀਕ ਹੈ, ਕਦੇ ਮਿੱਤਰਤਾਪੂਰਨ ਵੀ ਰਹੇ ਆ। ਔਰ ਕਾਫੀ ਹੱਦ ਤੱਕ ਜਿਹੜਾ ਕਹਿ ਸਕਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਨੂੰ ਦਬਾਉਣ ਦੇ ਵਿੱਚ ਅੰਗਰੇਜ਼ ਜਿਹੜੇ ਉਹ ਕਾਮਯਾਬ ਰਹੇ, ਕਿਉਂਕਿ ਵੱਖ-ਵੱਖ ਤਰ੍ਹਾਂ ਦੀਆਂ ਸੰਧੀਆਂ ਕਰਕੇ ਉਹਨਾਂ ਨੇ ਕਾਫੀ ਸਮਰਾਜ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਆਪਣੇ ਅਧੀਨ ਕਰ ਲਿਆ ਸੀ ਜਾਂ ਉਹਦੀ ਪਾਵਰ ਜਿਹੜੀ ਉਹ ਘਟਾ ਦਿੱਤੀ ਸੀਗੀ, ਠੀਕ ਹੈ। ਸੋ ਇਹਦੇ ਕਰਕੇ ਹਾਲਾਂਕਿ ਉਹਨਾਂ ਨੇ ਆਪਣੇ ਸਮਰਾਜ ਨੂੰ ਜਿਹੜਾ ਵਿਕਸਿਤ ਰੱਖਿਆ, ਬਟ ਫਿਰ ਵੀ ਦੋ ਪੜਾਵਾਂ ਦੇ ਵਿੱਚ ਇਹ ਜਿਹੜਾ ਸਮਾਂ ਗੁਜ਼ਰਿਆ ਅਤੇ ਇਸ ਸਮੇਂ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਕਮਜ਼ੋਰ ਪੈ ਗਈ ਸੀ, ਪਹਿਲਾਂ ਵਾਲੀ ਜਿਹੜੀ ਨਹੀਂ ਰਹੀ ਸੀਗੀ, ਠੀਕ ਹੈ। ਤਾਂ ਸ਼ੁਰੂ ਕਰਦੇ ਹਾਂ ਪਹਿਲੇ ਪੜਾਅ ਤੋਂ, ਜੋ ਕਿ 1800 ਤੋਂ ਸ਼ੁਰੂ ਹੁੰਦਾ ਹੈ ਅਤੇ 1809 ਤੱਕ ਚੱਲਦਾ ਹੈ। ਸੋ ਇਸ ਸਮੇਂ ਤੱਕ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਅਤੇ ਇਸ ਤੋਂ ਇਲਾਵਾ ਅਫਗਾਨਾਂ ਦੇ ਵਿਚਕਾਰ ਕਿਹੜੀਆਂ ਸੰਧੀਆਂ ਹੋਈਆਂ, ਕਿਸ ਮਸਲੇ ਨੂੰ ਲੈ ਕੇ ਕੀ ਵਿਗੜਿਆ ਇਹਨਾਂ ਦਾ ਜਾਂ ਕੀ ਸਵਾਰਿਆ ਹੈ ਨਾ, ਸੋ ਇਸ ਦੇ ਵਿੱਚ ਉਹ ਇਨਕਲੂਡ ਹੈ। ਤਾਂ ਪਹਿਲਾਂ ਸ਼ੁਰੂ ਹੁੰਦਾ ਹੈ ਯੂਸਫ ਅਲੀ ਦਾ ਮਿਸ਼ਨ, ਜੋ ਕਿ 1800 ਦੇ ਵਿੱਚ ਸ਼ੁਰੂ ਹੁੰਦਾ ਹੈਗਾ, ਠੀਕ ਹੈ, ਯੂਸਫ ਅਲੀ। ਸੋ ਇਸ ਦੇ ਦੌਰਾਨ ਕੀ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਅਫਗਾਨਿਸਤਾਨ ਦਾ ਸ਼ਾਸਕ ਸੀਗਾ ਸ਼ਾਹ ਜਮਾਨ, ਉਸ ਦੇ ਨਾਲ ਜਿਹੜਾ ਕਹਿ ਸਕਦੇ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ ਹੋਏ ਸੀਗੇ। ਸੋ ਜਦੋਂ ਇਸ ਦੇ ਨਾਲ ਇਹਨਾਂ ਦੇ ਸੰਬੰਧ ਜਿਹੜੇ ਉਹ ਸਟੈਬਲਿਸ਼ ਸੀਗੇ ਤਾਂ ਅੰਗਰੇਜ਼ ਵੀ ਜਿਹੜਾ ਉਸ ਸਮੇਂ ਭਾਰਤ ਦੇ ਵਿੱਚ ਮੌਜੂਦ ਸੀ ਅਤੇ ਉਹਨਾਂ ਦੀ ਵੀ ਜਿਹੜੀ ਅੱਖ ਸੀਗੀ ਕਿ ਉਹ ਪੰਜਾਬ ਨੂੰ ਆਪਣੇ ਅਧੀਨ ਕਰ ਲੈਣ, ਕਿਉਂਕਿ ਕਾਫੀ ਪੱਖਾਂ ਤੋਂ ਜਿਹੜਾ ਹੈ ਨਾ ਪੰਜਾਬ ਜਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਖੇਤਰ ਉਹ ਮਜ਼ਬੂਤ ਸੀਗਾ, ਆਰਥਿਕ ਪੱਖ ਤੋਂ ਵੀ ਔਰ ਇਸ ਤੋਂ ਇਲਾਵਾ ਹੋਰ ਵੀ ਕਈ ਸਾਰੇ ਫੈਕਟਰ ਜਿਹੜੇ ਹੈ ਨਾ ਇਸ ਦੇ ਸੀਗੇ। ਸੋ ਜਿਹਦੇ ਕਰਕੇ ਅੰਗਰੇਜ਼ ਵੀ ਇਸ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸੀਗੇ। ਬਟ ਰਣਜੀਤ ਸਿੰਘ ਅਤੇ ਸ਼ਾਹਜਹਾਨ ਜਮਾਨ ਦੇ ਵਿਚਕਾਰ ਜਿਹੜਾ ਕਹਿ ਸਕਦੇ ਹਾਂ ਮਿੱਤਰਤਾਪੂਰਨ ਸੰਬੰਧ ਦੇਖ ਕੇ ਉਹਨਾਂ ਨੂੰ ਇਹ ਡਰ ਲੱਗ ਰਿਹਾ ਸੀ ਕਿ ਇਹ ਦੋਨੋਂ ਮਿਲ ਕੇ ਜਿਹੜਾ ਹੈ ਅੰਗਰੇਜ਼ਾਂ ਦੇ ਵਿਰੁੱਧ ਨਾ ਹੋ ਜਾਣ, ਠੀਕ ਹੈ। ਤਾਂ ਇਹ ਸਥਿਤੀ ਜਿਹੜੀ ਸੀਗੀ ਉਹ ਅਜਿਹੀ ਸਥਿਤੀ ਸੀ ਜਿਹਦੇ ਕਾਰਨ ਕਰਕੇ ਅੰਗਰੇਜ਼ਾਂ ਦੇ ਉੱਪਰ ਇੱਕ ਵੱਡਾ ਖਤਰਾ ਬਣਿਆ ਹੋਇਆ ਸੀਗਾ। ਇਸ ਨੂੰ ਟਾਲਣ ਦੇ ਲਈ ਅੰਗਰੇਜ਼ਾਂ ਨੇ 1800 ਦੇ ਵਿੱਚ ਯੂਸਫ ਅਲੀ ਨੂੰ ਜਿਹੜਾ ਹੈ ਆਪਣਾ ਪ੍ਰਤੀਨਿਧ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਭੇਜਿਆ। ਬਟ ਸ਼ੁਰੂਆਤ ਸੀਗੀ ਕਿ ਹਲੇ ਇਹ ਰਸਤੇ ਦੇ ਵਿੱਚ ਹੀ ਸੀਗੇ, ਹਲੇ ਪਹੁੰਚੇ ਨਹੀਂ ਸੀਗੇ, ਯਾਨੀ ਕਿ ਹੈ ਨਾ ਚੱਲ ਰਿਹਾ ਸੀ ਇਹ ਸਿਸਟਮ ਕਿ ਉਹਨਾਂ ਨਾਲ ਗੱਲਬਾਤ ਕਰਨੀ ਹੈ। ਬਟ ਰਸਤੇ ਦੇ ਦੌਰਾਨ ਹੀ ਜਿਹੜਾ ਕਹਿ ਸਕਦੇ ਹੈਗੇ ਆ ਜਿਹੜਾ ਸ਼ਾਹਜਮਾਨ ਸੀਗਾ ਉਸ ਦੇ ਅਫਗਾਨਿਸਤਾਨ ਰਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਗ੍ਰਹਿ ਯੁੱਧ ਸ਼ੁਰੂ ਹੋ ਗਿਆ। ਇਸ ਯੁੱਧ ਦੇ ਕਾਰਨ ਜਿਹੜਾ ਹੈ ਸ਼ਾਹਜਮਾਨ ਨੂੰ ਵਾਪਸ ਜਾਣਾ ਪਿਆ ਅਫਗਾਨਿਸਤਾਨ। ਇਸ ਸਥਿਤੀ ਦਾ ਜਿਹੜਾ ਲਾਭ ਉਠਾਉਂਦੇ ਹੋਏ ਅੰਗਰੇਜ਼ਾਂ ਨੇ ਜਿਹੜਾ ਕੀ ਕੀਤਾ ਕਿ ਜੋ ਸੰਧੀ ਕਰਨ ਆਏ ਸੀਗੇ, ਠੀਕ ਹੈ, ਕਿ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਦੇ ਲਈ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਤਾਂ ਕਿ ਉਹ ਸ਼ਾਹਜਮਾਨ ਦਾ ਜਿਹੜਾ ਸਾਥ ਛੱਡ ਦੇਵੇ, ਹੈ ਨਾ। ਤਾਂ ਉਸ ਦੇ ਵਿੱਚ ਇਹ ਮਿਸ਼ਨ ਜਿਹੜਾ ਉਹ ਸਕਸੈਸਫੁਲ ਨਹੀਂ ਹੁੰਦਾ, ਕਿਉਂਕਿ ਰਸਤੇ ਦੇ ਵਿੱਚ ਹੀ ਜਿਹੜਾ ਇਹ ਫੈਸਲਾ ਹੋ ਜਾਂਦਾ ਹੈ, ਸ਼ਾਹਜਮਾਨ ਜਿਹੜਾ ਉਹ ਵਾਪਸ ਚਲਾ ਜਾਂਦਾ ਹੈ ਪਾਕਿਸਤਾਨ, ਠੀਕ ਹੈ। ਸੋ ਉਹਨਾਂ ਨਾਲ ਕੋਈ ਜਿਹੜਾ ਕਹਿ ਸਕਦੇ ਗੱਲਬਾਤ ਨਹੀਂ ਹੋ ਪਾਉਂਦੀ ਹੈਗੀ ਅਤੇ ਜਿਸ ਕਾਰਨ ਕਰਕੇ ਕਹਿ ਸਕਦੇ ਹਾਂ ਇਹ ਵਾਪਸ ਆ ਜਾਂਦੇ ਨੇ, ਠੀਕ ਹੈ। ਇਸ ਤੋਂ ਬਾਅਦ ਫਿਰ ਦੂਸਰੀ ਵਾਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਹੜੇ ਉਹ ਸੰਬੰਧ ਸਥਾਪਿਤ ਕੀਤੇ ਜਾਣ। ਤਾਂ ਇਸ ਲਈ ਹੋਲਕਰ ਦਾ ਪੰਜਾਬ ਦੇ ਵਿੱਚ ਆਉਂਦਾ ਹੈ, ਜੋ ਕਿ 1805 ਦੇ ਵਿੱਚ ਆਉਂਦਾ ਹੈ। ਤਾਂ 1805 ਦੇ ਵਿੱਚ ਅੰਗਰੇਜ਼ਾਂ ਦੇ ਕੋਲੋਂ ਹਾਰ ਕੇ ਆਉਂਦਾ ਹੁੰਦਾ ਹੈਗਾ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ। ਸੋ ਇਹ ਹਾਰ ਕੇ ਅੱਗੇ ਜਿਹੜਾ ਕਹਿ ਸਕਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ ਆਪਣੀ ਕਹਿ ਸਕਦੇ ਹਾਂ ਨਾ ਸਹਾਇਤਾ ਦੇ ਲਈ ਆਉਂਦਾ ਕਿ ਅੰਗਰੇਜ਼ਾਂ ਦੇ ਵਿਰੁੱਧ ਉਸਦੀ ਉਹ ਸਹਾਇਤਾ ਕਰੇ। ਬਟ ਜਿੱਦਾਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਚੀਜ਼ ਦਾ ਪਤਾ ਲੱਗਦਾ ਹੈ ਕਿ
ਜੋ ਜਸਵੰਤ ਰਾਓ ਹੋਲਕਰ ਹੈ ਉਹ ਪੰਜਾਬ ਦੇ ਵੱਲ ਆ ਰਿਹਾ ਅਤੇ ਪਿੱਛਾ ਜਿਹੜਾ ਉਸਦਾ ਕਰ ਰਿਹਾ ਹੈ ਅੰਗਰੇਜ਼ ਕਰ ਰਹੇ ਤਾਂ ਇਸ ਸਥਿਤੀ ਤੋਂ ਉਹ ਡਰ ਗਏ ਹੈ ਨਾ। ਸੋ ਉਹਨਾਂ ਨੂੰ ਵੀ ਲੱਗਿਆ ਕਿ ਕਿਤੇ ਜੇ ਪੰਜਾਬ ਦੇ ਵਿੱਚ ਅੰਗਰੇਜ਼ ਐਂਟਰ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਉਸਦੇ ਜਿਹੜਾ ਕਹਿ ਸਕਦੇ ਹਾਂ ਸਮਰਾਜ ਨੂੰ ਖਤਰਾ ਹੋ ਜਾਵੇ ਕਿ ਇੱਕ ਤਰੀਕੇ ਦੇ ਨਾਲ। ਤਾਂ ਇਸ ਲਈ ਕੀ ਕੀਤਾ ਕਿ ਪਹਿਲਾਂ ਹੀ ਜਾ ਕੇ, ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਸੀਗਾ ਜੋ ਪਹਿਲਾਂ ਹੀ ਦਰਬਾਰ ਦੇ ਵਿੱਚ ਜਾ ਕੇ ਹੈ ਨਾ ਉਹਨਾਂ ਨਾਲ ਗੱਲਬਾਤ ਕਰਦਾ ਹੈ ਅਤੇ ਉਸ ਨੂੰ ਜਿਹੜਾ ਕਹਿ ਸਕਦੇ ਹੈਗੇ ਕਿ ਕਿਸੇ ਦਾ ਹੀ ਮਨਾ ਕਰ ਦਿੰਦਾ ਹੈ ਕਿ ਮੈਂ ਤੁਹਾਡੇ ਇਸ ਲੜਾਈ ਦੇ ਵਿੱਚ ਜਿਹੜਾ ਸਾਥ ਨਹੀਂ ਦੇ ਸਕਦਾ, ਅੰਗਰੇਜ਼ਾਂ ਦੇ ਵਿਰੁੱਧ ਨਹੀਂ ਜਾ ਸਕਦਾ ਹੈ ਨਾ। ਤਾਂ ਇਸ ਸਮੇਂ ਕੀ ਸੀਗਾ, ਜਦੋਂ 1805 ਦੇ ਵਿੱਚ ਮਰਾਠਾ ਸਰਦਾਰ ਪੰਜਾਬ ਦੇ ਵਿੱਚ ਪਹੁੰਚਦਾ ਹੈ, ਠੀਕ ਹੈ, ਅੰਗਰੇਜ਼ਾਂ ਤੋਂ ਬਚਦਾ ਹੋਇਆ, ਤਾਂ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਸੀਗਾ ਜਿਹੜਾ ਉਹ ਮਲਤਾਨ ਦੇ ਵਿੱਚ ਸ਼ਾਸਕ ਮੁਜ਼ੱਫਰ ਖਾਂ ਦੇ ਵਿਰੁੱਧ ਜਿਹੜਾ ਕਹਿ ਸਕਦੇ ਆ ਸੈਨਿਕ ਕਾਰਵਾਈ ਕਰ ਰਿਹਾ ਸੀ। ਜਿੱਦਾਂ ਹੀ ਉਸ ਨੂੰ ਇਹ ਖਬਰ ਮਿਲਦੀ ਹੈ ਨਾ, ਤੁਰੰਤ ਹੀ ਉਹ ਜਿਹੜੇ ਕਹਿ ਸਕਦੇ ਆ ਵਾਪਸ ਆ ਜਾਂਦੇ ਹੈਗੇ ਨੇਗੇ ਅਤੇ ਹੋਲਕਰ ਉਸ ਦਾ ਜਿਹੜਾ ਸਹਿਯੋਗ ਪ੍ਰਾਪਤ ਕਰਨ ਦੇ ਲਈ ਅੰਮ੍ਰਿਤਸਰ ਦੇ ਵਿੱਚ ਪਹੁੰਚਦਾ ਹੈਗਾ ਗਾ। ਅਤੇ ਇੱਥੇ ਕੀ ਹੈਗਾ ਗਾ, ਅੰਗਰੇਜ਼ ਸੈਨਾਪਤੀ ਜਨਰਲ ਲੇਕ ਉਸ ਦਾ ਪਿੱਛਾ ਕਰਦਾ ਹੋਇਆ ਆਉਂਦਾ ਹੈ। ਧਿਆਨ ਰੱਖਣਾ ਕਿ ਮਰਾਠਾ ਸਰਦਾਰ ਜਸਵੰਤ ਰਾਓ ਦਾ ਹੋਲਕਰ ਦਾ ਜਿਹੜਾ ਪਿੱਛਾ ਕਰਨ ਲਈ ਆਇਆ ਸੀ ਅੰਗਰੇਜ਼, ਉਸ ਦਾ ਨਾਮ ਜਿਹੜਾ ਹੈ ਜਨਰਲ ਲੇਕ ਸੀਗਾ। ਸੋ ਵੀ ਜਿਹੜਾ ਪੰਜਾਬ ਦੇ ਵਿੱਚ ਐਂਟਰ ਹੋ ਰਿਹਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਮੁਜ਼ੱਫਰ ਖਾਨ ਨਾਲ ਜਿਹੜੇ ਸੰਧੀ ਕਰ ਲਿੱਤੀ ਤਾਂ ਕਿ ਜੇਕਰ ਲੜਾਈ ਦੇ ਵਿੱਚ ਉਲਝੇ ਰਹੇ ਤਾਂ ਫਿਰ ਜਿਹੜਾ ਹੈ ਹੋਲਕਰ ਉਹ ਪੰਜਾਬ ਦੇ ਵਿੱਚ ਐਂਟਰ ਹੋ ਜਾਵੇਗਾ ਅਤੇ ਨਾਲ ਹੀ ਜਿਹੜੀ ਹੈ ਅੰਗਰੇਜ਼ੀ ਫੌਜ ਹੈ ਉਹ ਵੀ ਸ਼ਾਮਲ ਹੋ ਜਾਵੇਗੀ, ਜਿਹਦੇ ਨਾਲ ਕੀ ਹੈ ਉਹਦੇ ਸਾਮਰਾਜ ਦੇ ਕਾਫੀ ਸਾਰੇ ਖੇਤਰ ਜਿਹੜੇ ਨੇ ਉਹ ਹੋ ਸਕਦਾ ਹੈ ਕਿ ਅੰਗਰੇਜ਼ਾਂ ਦੇ ਅਧੀਨ ਚਲੇ ਜਾਣ। ਠੀਕ ਹੈ, ਸੋ ਇਸ ਲਈ ਉਹਨਾਂ ਨੇ ਕਹਿ ਸਕਦੇ ਹਾਂ ਮੁਜ਼ੱਫਰ ਖਾਨ ਦੇ ਨਾਲ ਸੰਧੀ ਕਰਕੇ ਜਲਦੀ ਜਿਹੜਾ ਹੈ ਵਾਪਸ ਆ ਗਏ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਆ ਕੇ ਹੋਲਕਰ ਦੇ ਨਾਲ ਗੱਲਬਾਤ ਕੀਤੀ ਅਤੇ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਮਨਾ ਕਰ ਦਿੱਤਾ ਕਿ ਉਹ ਅੰਗਰੇਜ਼ਾਂ ਦੇ ਵਿਰੁੱਧ ਜਿਹੜਾ ਕਹਿ ਸਕਦੇ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕਰ ਸਕਦੇ ਅਤੇ ਨਾ ਹੀ ਕਹਿ ਸਕਦੇ ਹਨ ਉਹ ਉਹਨਾਂ ਦੇ ਨਾਲ ਜਾ ਸਕਦੇ ਹੈਗੇ ਲੜਾਈ ਦੇ ਵਿੱਚ। ਸੋ ਇਹ ਮਸਲਾ ਵੀ ਜਿਹੜਾ ਇੱਥੇ ਰਹਿ ਜਾਂਦਾ ਹੈ, ਜਿਸ ਕਾਰਨ ਕਰਕੇ ਕੋਈ ਖਾਸ ਜਿਹੜੇ ਹੈ ਨਾ ਸਬੰਧ ਇਹਨਾਂ ਦੇ ਸਥਾਪਿਤ ਨਹੀਂ ਹੁੰਦੇ। ਇਸ ਤੋਂ ਬਾਅਦ ਲਾਹੌਰ ਦੀ ਸੰਧੀ ਹੁੰਦੀ ਹੈ 1806 ਦੇ ਵਿੱਚ। ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੋਲਕਰ ਦੀ ਮਦਦ ਨਹੀਂ ਕਰਦਾ ਤਾਂ ਇਸ ਸਥਿਤੀ ਦੇ ਵਿੱਚ ਅੰਗਰੇਜ਼ਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜੇ ਰਣਜੀਤ ਸਿੰਘ ਨੇ ਉਹ ਕਿਤੇ ਨਾ ਕਿਤੇ ਜਿਹੜਾ ਹੈ ਸਪੋਰਟ ਕਰ ਸਕਦੇ ਨੇ ਅੰਗਰੇਜ਼ਾਂ ਨੂੰ, ਹੈ ਨਾ, ਉਹਨਾਂ ਦੀ ਸ਼ਕਤੀ ਦੇ ਵਿੱਚ ਵਾਧਾ ਕਰ ਸਕਦੇ ਨੇ ਅਤੇ ਸਾਨੂੰ ਉਹਨਾਂ ਦੇ ਨਾਲ ਮਿਲ ਕੇ ਚੱਲਣਾ ਪਊਗਾ, ਹੈ ਨਾ। ਮੀਨਸ ਇਸ ਤਰੀਕੇ ਦੇ ਨਾਲ ਜਿਹੜਾ ਅੰਗਰੇਜ਼ ਸੀਗੇ ਉਹ ਖੁਸ਼ ਹੋ ਜਾਂਦੇ ਨੇ ਕਿ ਰਣਜੀਤ ਸਿੰਘ ਜਿਹੜਾ ਹੈ ਉਹਨਾਂ ਦੇ ਪੱਖ ਦੇ ਵਿੱਚ ਹੈ, ਸੋ ਉਹ ਉਹਨਾਂ ਦਾ ਵਿਰੋਧ ਜਿਹੜਾ ਨਹੀਂ ਕਰੇਗਾ। ਇਸ ਚੀਜ਼ ਦੇ ਲਈ ਕੀ ਕੀਤਾ ਕਿ ਉਹਨਾਂ ਨੇ 1 ਜਨਵਰੀ 1806 ਦੇ ਵਿੱਚ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇੱਕ ਸੰਧੀ ਕੀਤੀ। ਲਾਹੌਰ ਦੇ ਵਿੱਚ ਇਹ ਸੰਧੀ ਹੋਈ ਸੀਗੀ, ਠੀਕ ਹੈ। ਔਰ ਇਸ ਸੰਧੀ ਦੇ ਉੱਪਰ ਅਗਰ ਗੱਲ ਕਰੀਏ ਅੰਗਰੇਜ਼ਾਂ ਦੀ ਤਾਂ ਅੰਗਰੇਜ਼ਾਂ ਦੇ ਵਿੱਚ ਸ਼ਾਹਜਹਾਨ ਮੈਲਕਮ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਫਤਿਹ ਸਿੰਘ ਆਹਲੂਵਾਲੀਆ ਦੇ ਦਸਤਖਤ ਹੋਏ ਸੀਗੇ। ਇਸ ਸੰਧੀ ਦੇ ਵਿੱਚ ਕੀ ਸ਼ਰਤਾਂ ਰੱਖੀਆਂ ਗਈਆਂ ਸੀਗੀਆਂ, ਠੀਕ ਹੈ। ਸੋ ਇਹਦੇ ਵਿੱਚ ਪਹਿਲਾਂ ਇਸ ਸੰਧੀ ਨੂੰ ਨਾਮ ਕਿਹੜਾ ਦਿੱਤਾ ਗਿਆ ਸੀ ਕਿ ਲਾਹੌਰ ਦੀ ਸੰਧੀ ਜਾਂ ਮਿੱਤਰਤਾ ਜਾਂ ਸਹਿਯੋਗ ਦੀ ਸੰਧੀ ਦੇ ਨਾਮ ਨਾਲ ਸੀ, ਕਿਉਂਕਿ ਇਸ ਦੇ ਵਿੱਚ ਜਿਹੜਾ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਇੱਕ ਮਿੱਤਰਤਾਪੂਰਨ ਸੰਬੰਧ ਹੋਏ ਸੀ, ਕਿਉਂਕਿ ਉਹਨਾਂ ਨੇ ਹੋਲਕਰ ਦੀ ਜਿਹੜੀ ਹੈ ਉਹ ਸਹਾਇਤਾ ਨਹੀਂ ਕੀਤੀ ਸੀ, ਠੀਕ ਹੈ। ਸੋ ਇਸ ਕਰਕੇ ਜਿਹੜਾ ਉਹ ਸਪੋਰਟ ਕਰਨ ਲੱਗੇ ਸੀ ਅਤੇ ਉਹਨਾਂ ਨੂੰ ਹੈ ਨਾ ਸੰਧੀ ਕਰਨੀ ਕੋਈ ਔਖੀ ਨਹੀਂ ਸੀਗੀ, ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀਗਾ ਕਿ ਜਿਹੜਾ ਰਣਜੀਤ ਸਿੰਘ ਆ ਉਹ ਕਿਤੇ ਨਾ ਕਿਤੇ ਉਹਨਾਂ ਤੋਂ ਡਰਦਾ ਹੈ ਜਾਂ ਫਿਰ ਜਿਹੜਾ ਕਹਿ ਸਕਦੇ ਉਹਨਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਰੱਖਦਾ ਹੈ, ਠੀਕ ਹੈ। ਤਾਂ ਇਸ ਸੰਧੀ ਦੇ ਦੌਰਾਨ ਕੁਛ ਜਿਹੜੇ ਸਿਧਾਂਤ ਰੱਖੇ ਗਏ ਸੀ। ਸੋ ਕੀ ਸਿਧਾਂਤ ਸੀ? ਪਹਿਲਾ ਸੀਗਾ ਕਿ ਰਣਜੀਤ ਸਿੰਘ ਸੀਗਾ ਜਿਹੜਾ ਉਹ ਜਸਵੰਤ ਰਾਓ ਹੋਲਕਰ ਅਤੇ ਉਸਦੇ ਸਾਥੀ ਅਮੀਰ ਖਾਨ ਦੀ ਕੋਈ ਮਦਦ ਨਹੀਂ ਕਰੇਗਾ ਅਤੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਤਕਰੀਬਨ 30 ਮੀਲ ਦੀ ਦੂਰੀ ਦੇ ਉੱਪਰ ਸ਼ਾਂਤੀਪੂਰਵਕ ਵਾਪਸ ਚਲੇ ਜਾਣ ਦੀ ਜਿਹੜੀ ਉਹ ਆਗਿਆ ਦੇਵੇਗਾ। ਕਿਸੇ ਤਰ੍ਹਾਂ ਦਾ ਕੋਈ ਵੈਰ ਵਿਰੋਧ ਨਹੀਂ ਕਰੇਗਾ, ਬਟ 30 ਕਿਲੋਮੀਟਰ ਦੀ ਜਾਂ ਮੀਲ ਦੇ ਦੂਰੀ ਦੇ ਉੱਪਰ ਉਹਨਾਂ ਨੂੰ ਵਾਪਸ ਭੇਜ ਦੇਵੇਗਾ ਬਿਨਾਂ ਕਿਸੇ ਵਿਰੋਧ ਦੇ। ਭਵਿੱਖ ਦੇ ਵਿੱਚ ਵੀ ਜਿਹੜਾ ਰਣਜੀਤ ਸਿੰਘ ਸੀਗਾ ਉਹ ਕਿਸੇ ਤਰ੍ਹਾਂ ਵੀ ਹੋਲਕਰ ਦੇ ਨਾਲ ਕੋਈ ਸੰਬੰਧ ਨਹੀਂ ਰੱਖੇਗਾ, ਠੀਕ ਹੈ। ਅੰਗਰੇਜ਼ਾਂ ਦੇ ਪੱਖ ਦੇ ਵਿੱਚ ਰਹੇਗਾ, ਸੋ ਉਹਨਾਂ ਦੇ ਵਿਰੁੱਧ ਕੋਈ ਐਕਟੀਵਿਟੀ ਜਿਹੜੀ ਨਹੀਂ ਕਰ ਪਾਵੇਗਾ, ਠੀਕ ਹੈ। ਜਦੋਂ ਤੱਕ ਸਿੱਖ ਅੰਗਰੇਜ਼ਾਂ ਦੇ ਦੁਸ਼ਮਣਾਂ ਦੇ ਨਾਲ ਕੋਈ ਸੰਬੰਧ ਨਹੀਂ ਰੱਖਣਗੇ ਉਦੋਂ ਤੱਕ ਅੰਗਰੇਜ਼ ਸਿੱਖਾਂ ਦੇ ਇਲਾਕੇ ਦੇ ਵਿੱਚ ਕੋਈ ਦਖਲ ਨਹੀਂ ਕਰਨਗੇ। ਜੇਕਰ ਸਿੱਖ ਜਿਹੜੇ ਨੇ ਕਿਸੇ ਵੀ ਤਰ੍ਹਾਂ ਦੇ ਅੰਗਰੇਜ਼ਾਂ ਦੇ ਦੁਸ਼ਮਣ ਦੀ ਮਦਦ ਕਰਨਗੇ ਤਾਂ ਅੰਗਰੇਜ਼ ਜਿਹੜੇ ਨੇ ਫਿਰ ਉਹ ਸਿੱਖਾਂ ਦੇ ਵਿਰੁੱਧ ਆਪਣੀ ਐਕਟੀਵਿਟੀ ਜਿਹੜੀ ਆ ਉਹ ਸ਼ੁਰੂ ਕਰ ਦੇਣਗੇ, ਠੀਕ ਹੈ। ਸੋ ਇਹ ਸੰਧੀ ਦੇ ਲਾਹੌਰ ਦੀ ਸੰਧੀ ਦੇ ਦੌਰਾਨ ਜਿਹੜਾ ਕਹਿ ਸਕਦੇ ਆ ਇਹ ਫੈਸਲੇ ਲਿੱਤੇ ਗਏ ਸੀਗੇ। ਨੈਕਸਟ ਹੈ ਅੰਮ੍ਰਿਤਸਰ ਦੀ ਸੰਧੀ ਨੂੰ ਲੈ ਜਾਣ ਵਾਲੇ ਹਾਲਾਤ। ਸੋ ਕੁਝ ਅਜਿਹੇ ਹਾਲਾਤ ਵੀ ਬਣੇ। ਪਹਿਲਾਂ ਜਿਹੜੇ ਹੈ ਲਾਹੌਰ ਦੀ ਸੰਧੀ ਹੁੰਦੀ ਹੈ, ਸੋ ਇਸ ਤੋਂ ਬਾਅਦ ਕੁਝ ਅਜਿਹੇ ਫੈਕਟਰ ਵੀ ਜਿਹੜੇ ਰਿਸਪੌਂਸੀਬਲ ਰਹੇ ਜਿਨ੍ਹਾਂ ਨੇ ਲਾਹੌਰ ਦੀ ਸੰਧੀ ਕਰਨ ਦੇ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਕਹਿ ਸਕਦੇ ਹਨ ਮਜਬੂਰ ਕਰ ਦਿੱਤਾ ਸੀ। ਸੋ ਇਹਦੇ ਲਈ ਕਿਹੜੇ ਕਾਰਨ ਜਿਹੜੇ ਰਿਸਪੌਂਸੀਬਲ ਸੀ? ਪਹਿਲਾ ਸੀ ਕਿ ਮਾਲਵਾ ਦੀ ਜਿਹੜੀ ਪਹਿਲੀ ਮੁਹਿੰਮ ਜਿਹੜੀ ਕਿ 1806 ਦੇ ਵਿੱਚ ਹੋਈ ਸੀਗੀ। ਸੋ 1805 ਦੇ ਵਿੱਚ 1805 ਤੇ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਦਰਿਆ ਸਤਲੁਜ ਦੇ ਉੱਤਰੀ ਇਲਾਕੇ ਨੂੰ ਆਪਣੇ ਅਧੀਨ ਕਰ ਲਿਆ ਸੀ ਅਤੇ ਹੁਣ ਉਹ ਦਰਿਆ ਸਤਲੁਜ ਦੇ ਦੱਖਣੀ ਇਲਾਕੇ ਦੇ ਵਿੱਚ ਆਪਣਾ ਕਬਜ਼ਾ ਕਰਨ ਦੀ ਮੌਕੇ ਦੀ ਤਲਾਸ਼ ਦੇ ਵਿੱਚ ਸੀ, ਤਾਂ ਕਿ ਉਹ ਦੱਖਣੀ ਇਲਾਕੇ ਦੇ ਉੱਪਰ ਵੀ ਜਿਹੜਾ ਆਪਣਾ ਕਬਜ਼ਾ ਕਰ ਲਵੇ, ਕਿਉਂਕਿ ਉੱਤਰੀ ਇਲਾਕੇ ਦੇ ਉੱਪਰ ਤਾਂ ਉਸ ਦਾ ਰਾਜ ਹੋ ਹੀ ਚੁੱਕਿਆ ਸੀ, ਬਟ ਦੱਖਣੀ ਜਿਹੜਾ ਖੇਤਰ ਸੀ ਉਸ ਨੂੰ ਵੀ ਉਹ ਆਪਣੇ ਅਧੀਨ ਕਰਨਾ ਚਾਹੁੰਦਾ ਸੀਗਾ। ਤਾਂ ਇਸ ਲਈ ਕੀ ਕੀਤਾ, 1806 ਦੇ ਵਿੱਚ ਪਟਿਆਲਾ ਦੇ ਸ਼ਾਸਕ ਸਾਹਿਬ ਸਿੰਘ ਅਤੇ ਨਾਭੇ ਦੇ ਸ਼ਾਸਕ ਜਸਵੰਤ ਸਿੰਘ ਵਿਚਾਲੇ ਦੋਧੀ ਪਿੰਡ ਦੇ ਉੱਪਰ ਇਸ
ਪਿੰਡ ਨੂੰ ਲੈ ਕੇ ਜਿਹੜਾ ਕਹਿ ਸਕਦੇ ਹੈਗੇ ਝਗੜਾ ਹੋ ਜਾਂਦਾ ਹੈ। ਦੋ ਵਿਅਕਤੀਆਂ ਦੇ ਵਿਚਕਾਰ ਹੁੰਦਾ ਹੈ। 1806 ਦੇ ਵਿੱਚ ਸ਼ਾਸਕ ਪਟਿਆਲਾ ਦਾ ਸ਼ਾਸਕ ਸੀਗਾ ਸਾਹਿਬ ਸਿੰਘ ਅਤੇ ਨਾਭਾ ਦਾ ਸ਼ਾਸਕ ਸੀਗਾ ਜਸਵੰਤ ਸਿੰਘ। ਇਹਨਾਂ ਦੇ ਵਿਚਾਲੇ ਦੋਦੀ ਨਾਂ ਦਾ ਜਿਹੜਾ ਪਿੰਡ ਸੀਗਾ ਉਸ ਨੂੰ ਲੈ ਕੇ ਇੱਕ ਮਸਲਾ ਵਿਗੜ ਜਾਂਦਾ ਹੈ। ਇਸ ਮਸਲੇ ਦੇ ਦੌਰਾਨ ਜਿਹੜਾ ਕਹਿ ਸਕਦੇ ਹਨ ਕਿ ਰਣਜੀਤ ਸਿੰਘ ਨੂੰ ਥੋੜ੍ਹਾ ਜਿਹਾ ਮੌਕਾ ਮਿਲਦਾ ਹੈ। ਸੋ ਕੀ ਮੌਕਾ ਮਿਲਦਾ ਹੈ ਕਿ ਇਸ ਸਮੇਂ ਜਿਹੜਾ ਪਟਿਆਲੇ ਦੇ ਸਾਹਿਬ ਸਿੰਘ ਸੀਗੇ ਉਸ ਨੇ ਇਸ ਪਿੰਡ ਦੇ ਉੱਪਰ ਕਬਜ਼ਾ ਕਰ ਲਿਆ, ਠੀਕ ਹੈ, ਯਾਨੀ ਕਿ ਦੋਦੀ ਦੇ ਉੱਪਰ ਹੈ। ਸੋ ਇਸੇ ਦੌਰਾਨ ਕੀ ਹੋਇਆ, ਜਸਵੰਤ ਸਿੰਘ ਨੇ ਦੁਲਾਦੀ ਪਿੰਡ ਦੇ ਝਗੜੇ ਦੇ ਹੱਲ ਦੇ ਲਈ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਤਾਂ ਕਿ ਉਹ ਜਿਹੜਾ ਹੈ ਇਹਨਾਂ ਨੂੰ ਮਦਦ ਕਰੇ ਅਤੇ ਇਸ ਦੇ ਨਾਲ ਜਿਹੜਾ ਕਹਿ ਸਕਦੇ ਹੈਗੇ ਉਹਨਾਂ ਨੂੰ ਜੋ ਪਿੰਡ ਉਹ ਵਾਪਸ ਮਿਲ ਜਾਵੇ। ਸੋ ਸੌਰੀ ਇੱਥੇ ਦੁਲਾਦੀ ਹੈ, ਠੀਕ ਹੈ, ਸੋ ਮਿਸਟੇਕ ਰਹਿ ਗਿਆ ਹੈ ਪਲੀਜ਼, ਇਹ ਵਾਲਾ ਰਾਈਟ ਹੈ, ਦੁਲਾਦੀ ਪਿੰਡ ਸੀਗਾ, ਠੀਕ ਹੈ। ਸੋ ਇਸ ਝਗੜੇ ਦੇ ਨਿਪਟਾਰੇ ਦੇ ਲਈ ਜਿਹੜਾ ਕਹਿ ਸਕਦੇ ਹਾਂ ਜਸਵੰਤ ਸਿੰਘ ਜੋ ਕਿ ਨਾਭੇ ਦਾ ਸ਼ਾਸਕ ਸੀ ਉਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੱਦਾ ਦਿੱਤਾ ਤਾਂ ਕਿ ਉਸਦੀ ਜਿਹੜੀ ਉਹ ਸੁਰੱਖਿਆ ਕੀਤੀ ਜਾ ਸਕੇ, ਉਸਨੂੰ ਵਾਪਸ ਦਿੱਤਾ ਜਾਵੇ। ਇਹ ਵਾਲਾ ਪਿੰਡ ਹੈ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ ਕਿ 26 ਜੁਲਾਈ 1806 ਨੂੰ ਪਟਿਆਲੇ ਦੇ ਵੱਲ ਜਿਹੜਾ ਕਹਿ ਸਕਦੇ ਰਵਾਨਾ ਹੋ ਜਾਂਦੇ ਨੇ। ਬਟ ਰਵਾਨਾ ਹੁੰਦੇ ਹੋਏ ਰਸਤੇ ਦੇ ਵਿੱਚ ਹੀ ਜਿਹੜਾ ਕਹਿ ਸਕਦੇ ਹੈਗੇ ਕਿ ਪਟਿਆਲੇ ਦੀਆਂ ਜਿਹੜੀਆਂ ਫੌਜਾਂ ਸੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦਾ ਥੋੜ੍ਹਾ ਜਿਹਾ ਮੁਕਾਬਲਾ ਕਰਨ ਤੋਂ ਮਗਰੋਂ ਹੀ ਉਹਨਾਂ ਦੀ ਅਧੀਨਤਾ ਜਿਹੜੀ ਹੈ ਉਹ ਸਵੀਕਾਰ ਕਰ ਲਿੱਤੀ। ਔਰ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੇ ਇਸੇ ਹਮਲੇ ਦੇ ਦੌਰਾਨ ਮਾਲਵਾ ਦੀ ਪਹਿਲੀ ਮੁਹਿੰਮ ਜਿਹੜੀ 1806 ਦੇ ਵਿੱਚ ਉਸ ਦੇ ਵਿੱਚ ਲੁਧਿਆਣਾ, ਜਗਰਾਓਂ, ਜੰਡਿਆਲਾ, ਤਲਵੰਡੀ ਇਹਨਾਂ ਪ੍ਰਦੇਸ਼ਾਂ ਦੇ ਉੱਪਰ ਵੀ ਜਿਹੜਾ ਹੈ ਆਪਣਾ ਕਬਜ਼ਾ ਕਰ ਲਿਆ ਜੋ ਕਿ ਪਹਿਲਾਂ ਮੁਸਲਮਾਨ ਸ਼ਾਸਕਾਂ ਦੇ ਦੁਆਰਾ ਚਲਾਇਆ ਜਾ ਰਿਹਾ ਸੀਗਾ। ਓਕੇ, ਫਿਰ ਇਸ ਤੋਂ ਬਾਅਦ ਦੂਸਰੀ ਮਾਲਵਾ ਦੀ ਮੁਹਿੰਮ ਹੁੰਦੀ ਹੈ ਜਿਹੜੀ ਕਿ 1807 ਦੇ ਵਿੱਚ ਹੁੰਦੀ ਹੈ। ਤਾਂ 1807 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਮਾਲਵਾ ਦੇ ਉੱਪਰ ਦੂਸਰੀ ਵਾਰ ਹਮਲਾ ਕਰਦਾ ਹੈ ਔਰ ਇਸ ਸਮੇਂ ਪਟਿਆਲਾ ਦੀ ਰਾਣੀ ਆਸ ਕੌਰ ਦੇ ਸੱਦੇ ਦੇ ਉੱਪਰ ਜਿਹੜਾ ਇਹ ਹਮਲਾ ਕੀਤਾ ਜਾਂਦਾ ਹੈਗਾ। ਔਰ ਸੱਦੇ ਦਾ ਕਾਰਨ ਕੀ ਸੀਗਾ, ਰਾਣੀ ਆਸ ਕੌਰ ਨੇ ਸੱਦਿਆ ਕਿਉਂ ਸੀਗਾ? ਸੋ ਇਹਦਾ ਕਾਰਨ ਰਿਹਾ ਸੀਗਾ ਕਿ ਆਸ ਕੌਰ ਆਪਣੇ ਪੁੱਤਰ ਕਰਮ ਸਿੰਘ ਨੂੰ ਇੱਕ ਵੱਡੀ ਜਗੀਰ ਜਿਹੜਾ ਦੇਣਾ ਚਾਹੁੰਦੇ ਸੀਗੇ, ਪਰ ਸਾਹਿਬ ਸਿੰਘ ਸੀਗਾ ਜਿਹੜਾ ਜੋ ਕਿ ਪਟਿਆਲੇ ਦਾ ਸ਼ਾਸਕ ਸੀ ਉਸ ਸਮੇਂ ਉਹ ਜਗੀਰ ਦੇਣ ਤੋਂ ਇਨਕਾਰ ਕਰ ਰਿਹਾ ਸੀਗਾ। ਬਟ ਜਿਹੜੀ ਆਸ ਕੌਰ ਸੀ ਉਸ ਨੂੰ ਇਹ ਜ਼ਮੀਨ ਦਿਵਾਉਣ ਦੇ ਹੱਕ ਦੇ ਵਿੱਚ ਸੀ। ਇਸੇ ਜ਼ਮੀਨ ਦੇ ਲਈ ਜਿਹੜਾ ਕਹਿ ਸਕਦੇ ਹੈਗੇ ਕਿ ਉਹਨਾਂ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਸੱਦਾ ਦਿੱਤਾ ਕਿ ਉਸ ਦੀ ਜਿਹੜੀ ਜ਼ਮੀਨ ਹੈ ਉਹਨਾਂ ਨੂੰ ਵਾਪਸ ਦਿਵਾਈ ਜਾਵੇ। ਔਰ ਇਸ ਦੇ ਬਦਲੇ ਰਾਣੀ ਆਸ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਤੋਪ ਦਿੱਤੀ ਜਿਹਦਾ ਨਾਮ ਕੜੇ ਖਾਂ ਸੀ, ਕਾਫੀ ਪ੍ਰਸਿੱਧ ਸੀਗੀ ਇਹ ਵਾਲੀ ਤੋਪ। ਇਸ ਤੋਂ ਇਲਾਵਾ ਇੱਕ ਕੀਮਤੀ ਹਾਰ ਦੇਣ ਦਾ ਵੀ ਜਿਹੜਾ ਵਚਨ ਕੀਤਾ ਸੀਗਾ ਜੇਕਰ ਉਸ ਦੀ ਜਿਹੜੀ ਮਦਦ ਮਹਾਰਾਜਾ ਰਣਜੀਤ ਸਿੰਘ ਕਰੂਗਾ। ਅਤੇ ਇਸੇ ਕਾਰਨ ਕੀ ਸੀਗਾ ਕਿ ਸਤੰਬਰ 1807 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਿਹੜਾ ਉਹ ਪਟਿਆਲਾ ਵਿਖੇ ਪਹੁੰਚਦਾ ਹੈ। ਬਟ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਇਹਨਾਂ ਦੋਨਾਂ ਦੇ ਵਿਚਕਾਰ ਯਾਨੀ ਕਿ ਰਾਜਾ ਸਾਹਿਬ ਸਿੰਘ ਅਤੇ ਰਾਣੀ ਆਸ ਕੌਰ ਦੇ ਵਿਚਕਾਰ ਆਪਸੀ ਮਤਭੇਦ ਜਿਹੜੇ ਉਹ ਦੂਰ ਹੋ ਜਾਂਦੇ ਨੇ, ਯਾਨੀ ਕਿ ਆਪਣੀ ਪ੍ਰੋਬਲਮ ਉਹ ਸੋਲਵ ਕਰ ਲੈਂਦੇ ਨੇ। ਔਰ ਇਸ ਦੇ ਦੌਰਾਨ ਕੀ ਕਹਿ ਸਕਦੇ ਕਿ ਜਿਹੜੀ ਰਾਣੀ ਆਸ ਕੌਰ ਸੀਗੀ ਉਹ ਕੀ ਸੀਗਾ ਜੋ ਉਹਨਾਂ ਨੂੰ ਕਹਿ ਸਕਦੇ ਜਿਵੇਂ ਤੋਪ ਦੇਣੀ ਸੀ ਕੜੇ ਖਾਂ ਅਤੇ ਕੀਮਤੀ ਹਾਰ ਦੇਣਾ ਸੀ, ਇਸ ਬਚਨ ਤੋਂ ਮੁੱਕਰ ਜਾਂਦੀ ਹੈ ਕਿ ਉਹਨਾਂ ਨੇ ਤਾਂ ਹੁਣ ਸਮਝੌਤਾ ਕਰ ਲਿਆ। ਪਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਉਹ ਫਿਰ ਚੱਲਿਆ ਸੀ ਇੱਕ ਵਾਰੀ ਸੋ ਜਿੱਧਰ ਵੀ ਚਲੇ ਜਾਂਦੇ ਸੀ ਫਿਰ ਇੱਕ ਵਾਰੀ ਉਹਨਾਂ ਨੇ ਕਬਜ਼ਾ ਕਰਨਾ ਹੀ ਹੁੰਦਾ ਸੀ। ਸੋ ਉਹਨਾਂ ਨੇ ਫਿਰ ਇਸ ਗੱਲ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ ਬਿਨਾਂ ਰੁਕੇ ਜਿਹੜਾ ਜ਼ਬਰਦਸਤੀ ਹੀ ਰਾਣੀ ਤੋਂ ਕੜੇ ਖਾਂ ਜਿਹੜੀ ਤੋਪ ਉਹ ਜਿਹੜੀ ਕਹਿ ਸਕਦੇ ਖੋਹ ਲਈ ਸੀਗੀ ਅਤੇ ਕੀਮਤੀ ਹਾਰ ਜਿਹੜਾ ਹੈ ਉਹ ਵੀ ਪ੍ਰਾਪਤ ਕਰ ਲਿਆ ਸੀ ਜ਼ਬਰਦਸਤੀ। ਓਕੇ, ਤੀਸਰਾ ਸੀਗਾ ਮਾਲਵਾ ਦੇ ਸਰਦਾਰਾਂ ਦੁਆਰਾ ਅੰਗਰੇਜ਼ੀ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼। ਸੋ ਮਾਲਵਾ ਦੇ ਜਿਹੜੇ ਸਰਦਾਰ ਸੀ ਉਹ ਫਿਰ ਅੰਗਰੇਜ਼ਾਂ ਤੋਂ ਸਹਾਇਤਾ ਪ੍ਰਾਪਤ ਕਰਨਾ ਚਾਹੁੰਦੇ ਸੀਗੇ, ਠੀਕ ਹੈ। ਸੋ ਰਣਜੀਤ ਸਿੰਘ ਸੰਬੰਧੀ ਕੋਈ ਫੈਸਲਾ ਕਰਨ ਦੇ ਲਈ ਮਾਰਚ 1808 ਦੇ ਵਿੱਚ ਮਾਲਵੇ ਦੇ ਪ੍ਰਮੁੱਖ ਸਰਦਾਰਾਂ ਨੇ ਸਮਾਣਾ ਵਿਖੇ ਇੱਕ ਗੁਪਤ ਮੀਟਿੰਗ ਰੱਖੀ ਤਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਜਿਹੜੀ ਉਹ ਕਾਰਵਾਈ ਕੀਤੀ ਜਾ ਸਕੇ, ਠੀਕ ਹੈ। ਫੈਸਲੇ ਦੇ ਅਨੁਸਾਰ 15 ਮਾਰਚ 1808 ਨੂੰ ਸਤਲੁਜ ਰਿਆਸਤਾਂ ਨੇ ਇੱਕ ਪ੍ਰਤੀਨਿਧ ਮੰਡਲ ਜਿਹੜਾ ਹੈ ਉਹ ਦਿੱਲੀ ਵਿਖੇ ਭੇਜਿਆ ਜਿਸ ਦੇ ਵਿੱਚ ਅੰਗਰੇਜ਼ ਰੈਜ਼ੀਡੈਂਟ ਮਿਸਟਰ ਸਟੈਨਨ ਨੂੰ ਮਿਲਣਾ ਸੀਗਾ ਇਹਨਾਂ ਨੇ, ਠੀਕ ਹੈ। ਔਰ ਅੰਗਰੇਜ਼ ਸੀਗੇ ਜਿਹੜੇ ਉਹ ਰਣਜੀਤ ਸਿੰਘ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਇਹਦੇ ਵਿੱਚ ਸੀਗਾ ਕਿ ਜਿਹੜੇ ਮਾਲਵੇ ਦੇ ਸਰਦਾਰ ਸੀ ਉਹ ਇੱਕ ਪਾਸੇ ਹੋ ਗਏ ਸੀ ਅਤੇ ਉਹ ਅੰਗਰੇਜ਼ਾਂ ਤੋਂ ਸਪੋਰਟ ਮੰਗਦੇ ਸੀਗੇ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਉਹਨਾਂ ਦਾ ਸਾਥ ਦੇਣ। ਬਟ ਜਿਹੜੇ ਅੰਗਰੇਜ਼ ਸੀ ਉਹ ਜਾਣੂ ਸੀਗੇ ਕਿ ਉਹਨਾਂ ਦਾ ਸਾਮਰਾਜ ਕਾਫੀ ਵਾਸਤਾ ਹੈ, ਜੇਕਰ ਅਸੀਂ ਉਹਨਾਂ ਦੇ ਵਿਰੁੱਧ ਜਾਵਾਂਗੇ ਤਾਂ ਕਿਤੇ ਨਾ ਕਿਤੇ ਸਾਡੇ ਸੰਬੰਧ ਵਿਗੜਨਗੇ ਔਰ ਜਦੋਂ ਸੰਬੰਧ ਵਿਗੜਨਗੇ ਤਾਂ ਫਿਰ ਲੜਾਈ ਵਗੈਰਾ ਜਾਂ ਯੁੱਧ ਹੋਣਾ ਉਹ ਸੁਭਾਵਿਕ ਸੀਗਾ। ਤਾਂ ਇਸ ਸਥਿਤੀ ਤੋਂ ਬਚਣ ਦੇ ਲਈ, ਨਾਰਾਜ਼ਗੀ ਤੋਂ ਬਚਣ ਦੇ ਲਈ ਜਿਹੜਾ ਮਿਸਟਰ ਸਟੈਨਨ ਨੇ ਇਸ ਪ੍ਰਤੀਨਿਧ ਮੰਡਲ ਨੂੰ ਗੋਲਮੋਲ ਦਾ ਜਿਹੜਾ ਜਵਾਬ ਦਿੱਤਾ, ਮਤਲਬ ਕਿ ਇਹ ਕਲੀਅਰ ਨਹੀਂ ਕੀਤਾ ਕਿ ਉਹ ਸਾਥ ਦੇਣਗੇ ਮਾਲਵੇ ਦੇ ਸਰਦਾਰਾਂ ਦਾ ਜਾਂ ਨਹੀਂ ਦੇਣਗੇ, ਠੀਕ ਹੈ। ਸੋ ਇਹ ਜਿਹੜਾ ਕਹਿ ਸਕਦੇ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਦਿੱਤਾ, ਬਸ ਇੱਕ ਮਤਲਬ ਜਵਾਬ ਦਿੱਤਾ ਕਿ ਠੀਕ ਹੈ ਜੀ ਜੋ ਆਪਾਂ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਠੀਕ ਹੈ ਜੀ ਚਲੋ ਦੇਖਾਂਗੇ ਜਿਵੇਂ ਹੋਊਗਾ ਸੋ ਇਸੇ ਦਾ ਇੱਕ ਦੇ ਦਿੱਤਾ ਜਵਾਬ। ਸੋ ਇਹ ਤੀਸਰੀ ਜਿਹੜੀ ਕਹਿ ਸਕਦੇ ਸੋ ਮਾਲਵਾ ਦੇ ਸਰਦਾਰਾਂ ਦੇ ਦੁਆਰਾ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਸੀ ਇਹ ਰਿਸਪੌਂਸੀਬਲ ਸੀ। ਇਸ ਤੋਂ ਅੱਗੇ ਨੈਪੋਲੀਅਨ ਦਾ ਖਤਰਾ ਸੀਗਾ ਇੱਕ। ਤਾਂ 1807 ਦੇ ਵਿੱਚ ਨੈਪੋਲੀਅਨ ਨੇ ਰੂਸ ਦੇ ਨਾਲ ਟ੍ਰਿਲਸਟਰ ਦੀ ਜਿਹੜੀ ਸੰਧੀ ਸੀ ਉਸ ਦੇ ਉੱਪਰ ਦਸਤਖਤ ਕਰਤੇ ਸੀਗੇ
ਔਰ ਇਸ ਸੰਧੀ ਦੇ ਅਨੁਸਾਰ ਨੈਪੋਲੀਅਨ ਨੂੰ ਕੀ ਹੈ ਭਾਰਤ ਦੇ ਉੱਤੇ ਹਮਲਾ ਕਰਨ ਸਮੇਂ ਪੂਰਾ ਸਹਿਯੋਗ ਦੇਣ ਦਾ ਵਚਨ ਦਿੱਤਾ ਸੀ। ਕਿਸ ਨੇ? ਰੂਸ ਨੇ। ਠੀਕ ਹੈ, ਇਸ ਸੰਧੀ ਦੇ ਦੌਰਾਨ ਟੈਲਸਟ ਦੀ ਜਿਹੜੀ ਸੰਧੀ ਸੀ, ਇਸ ਸੰਧੀ ਦੇ ਦੌਰਾਨ ਨੈਪੋਲੀਅਨ ਨੂੰ ਜਿਹੜਾ ਹੈ ਪੂਰਾ ਦਾ ਪੂਰਾ ਸਹਿਯੋਗ ਦਿੱਤਾ ਤਾਂ ਕਿ ਉਹ ਭਾਰਤ ਦੇ ਉੱਤੇ ਹਮਲਾ ਕਰਕੇ ਉਸ ਨੂੰ ਆਪਣੇ ਅਧੀਨ ਕਰ ਲਵੇ। ਔਰ ਉਸ ਸਮੇਂ ਭਾਰਤ ਦੇ ਉੱਪਰ ਅੰਗਰੇਜ਼ਾਂ ਦਾ ਜਿਹੜਾ ਰਾਜ ਸੀਗਾ ਔਰ ਅੰਗਰੇਜ਼ ਜਿਹੜਾ ਹੈ ਇਸ ਚੀਜ਼ ਤੋਂ ਘਬਰਾ ਚੁੱਕੇ ਸੀ ਕਿ ਜੇਕਰ ਨੈਪੋਲੀਅਨ ਨੇ ਹਮਲਾ ਕਰ ਦਿੱਤਾ ਤਾਂ ਸੁਭਾਵਿਕ ਸੀ ਕਿ ਭਾਰਤ ਦੇ ਉੱਪਰ ਉਹਨਾਂ ਦਾ ਜਿਹੜਾ ਰਾਜ ਆ ਉਹ ਸਟੈਬਲਿਸ਼ ਹੋ ਜਾਣਾ ਸੀ। ਬਟ ਅੰਗਰੇਜ਼ਾਂ ਨੇ ਇਸ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਕੀ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਿੱਤਰਤਾਪੂਰਨ ਸੰਬੰਧ ਰੱਖੇ ਤਾਂ ਕਿ ਜੇਕਰ ਕਈ ਵਾਰ ਕੋਈ ਅਜਿਹੀ ਸਥਿਤੀ ਹੋ ਜਾਂਦੀ ਹੈ ਕਿ ਰੂਸ ਜਾਂ ਨੈਪੋਲੀਅਨ ਹਮਲਾ ਕਰੇਗਾ ਭਾਰਤ 'ਤੇ ਤਾਂ ਰਣਜੀਤ ਸਿੰਘ ਦੀ ਫੌਜ ਨੂੰ ਲੈ ਕੇ ਅਸੀਂ ਉਹਨਾਂ ਦੇ ਵਿਰੁੱਧ ਜਿਹੜਾ ਖੜੇ ਹੋ ਜਾਵਾਂਗੇ। ਠੀਕ ਹੈ, ਤਾਂ ਇਹ ਕਾਰਨ ਵੀ ਇਸ ਦੇ ਵਿੱਚ ਇੱਕ ਰਿਸਪੌਂਸੀਬਲ ਰਿਹਾ ਸੀਗਾ। ਪੰਜਵਾਂ ਸੀਗਾ ਮੈਟਕਾਪ ਦਾ ਪਹਿਲਾ ਮਿਸ਼ਨ। ਭਾਰਤ ਦੇ ਗਵਰਨਰ ਜਨਰਲ ਸੀ ਲਾਰਡ ਮਿੰਟੋ, ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇੱਕ ਸੰਧੀ ਕਰਨ ਦੇ ਲਈ ਚਾਰਲਸ ਮੈਟਕਫ ਨੂੰ ਜਿਹੜਾ ਭੇਜਿਆ ਸੀ ਤਾਂ ਕਿ ਇਹਨਾਂ ਦੇ ਵਿਚਕਾਰ ਜਿਹੜੀ ਉਹ ਸੰਧੀ ਹੋ ਸਕੇ। ਸੋ ਇਹ ਜਿਹੜਾ ਸੀ 11 ਸਤੰਬਰ 1808 ਨੂੰ ਖੇਮਕਰਨ ਦੇ ਵਿਖੇ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਸੀਗਾ ਲਾਰਡ ਚਾਰਲਸ ਮੈਟਕਾਫ। ਇਸ ਨੂੰ ਭੇਜਿਆ ਕਿਸ ਨੇ ਸੀਗਾ? ਲਾਰਡ ਮਿੰਟੋ ਨੇ ਭੇਜਿਆ ਸੀ, ਇਹ ਵੀ ਧਿਆਨ 'ਚ ਰੱਖਣਾ। ਔਰ ਇੱਥੇ ਇਸਨੇ ਅੰਗਰੇਜ਼ੀ ਸਰਕਾਰ ਦੇ ਕੁਝ ਜਿਹੜੇ ਪ੍ਰਸਤਾਵ ਉਹ ਪੇਸ਼ ਕੀਤੇ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਕਿ ਅਸੀਂ ਇਸ ਤਰੀਕੇ ਦੇ ਨਾਲ ਕੁਝ ਜਿਹੜੀ ਸੰਧੀ ਕਰਨਾ ਚਾਹੁੰਦੇ ਹਾਂ ਜਾਂ ਕੁਛ ਨੇ ਜਿਹੜੇ ਕਹਿ ਸਕਦੇ ਹਾਂ ਫੈਸਲੇ ਲੈਣਾ ਚਾਹੁੰਦੇ ਹਾਂ ਤੁਹਾਡੇ ਪੱਖ ਦੇ ਵਿੱਚ ਜਾਂ ਤੁਹਾਡੇ ਵਿਪੱਖ ਦੇ ਵਿੱਚ। ਪਹਿਲਾਂ ਕਿ ਜੇ ਨੈਪੋਲੀਅਨ ਭਾਰਤ ਦੇ ਉੱਪਰ ਹਮਲਾ ਕਰਦਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਦੋਵੇਂ ਮਿਲ ਕੇ ਜਿਹੜਾ ਹੈ ਇਸ ਹਮਲੇ ਦਾ ਵਿਰੋਧ ਕਰਨਗੇ, ਮੁਕਾਬਲਾ ਕਰਨਗੇ। ਠੀਕ ਹੈ, ਇਹਦਾ ਮਤਲਬ ਸੀ ਕਿ ਉਹ ਆਪਣੀ ਸਥਿਤੀ ਮਜ਼ਬੂਤ ਕਰ ਰਹੇ ਸੀਗੇ ਅੰਗਰੇਜ਼ ਆਪਣੇ ਵੱਲੋਂ। ਦੂਸਰਾ ਸੀ ਕਿ ਫਰਾਂਸ ਦੇ ਨਾਲ ਯੁੱਧ ਹੋਣ ਦੀ ਦਸ਼ਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸੀਗਾ ਜਿਹੜਾ ਉਹ ਅੰਗਰੇਜ਼ੀ ਸੈਨਾ ਨੂੰ ਪੰਜਾਬ ਦੇ ਵਿੱਚੋਂ ਲੰਘਣ ਦੀ ਇਜਾਜ਼ਤ ਦੇਵੇਗਾ ਜੇਕਰ ਫਰਾਂਸ ਦੇ ਨਾਲ ਜਿਹੜਾ ਕਹਿੰਦੇ ਯੁੱਧ ਹੁੰਦਾ, ਕਿਉਂਕਿ ਪੰਜਾਬ ਦਾ ਇਲਾਕਾ ਸੀ ਜਿਹੜਾ ਉਹ ਸਾਰਾ ਮਹਾਰਾਜਾ ਰਣਜੀਤ ਸਿੰਘ ਦੇ ਸੀ ਅਧੀਨ, ਭਾਰਤ ਬਾਕੀ ਸਾਰਾ ਜਿਹੜਾ ਉਹ ਜਿਹੜਾ ਕਹਿ ਸਕਦੇ ਅੰਗਰੇਜ਼ਾਂ ਦੇ ਅਧੀਨ ਹੋ ਚੁੱਕਾ ਸੀ। ਬਟ ਫਰਾਂਸ ਲੈਣ ਦੇ ਲਈ ਉਹਨਾਂ ਨੂੰ ਇਸੇ ਰਸਤੇ ਰਾਹੀਂ ਗੁਜ਼ਰਨਾ ਪੈਣਾ ਸੀ। ਸੋ ਇਸ ਲਈ ਉਹਨਾਂ ਨੇ ਇਹ ਪੱਕਾ ਬਣਾ ਲਿਆ ਸੀ ਕਿ ਜੇਕਰ ਆਪਾਂ ਇਹ ਸੰਧੀ ਕਰ ਲਈਏ ਤਾਂ ਇਸ ਰਸਤੇ ਰਾਹੀਂ ਨੇੜੇ ਪਊਗਾ ਅਤੇ ਨਾਲ ਹੀ ਅਸੀਂ ਉਸ ਦੇ ਉੱਪਰ ਹਮਲਾ ਕਰਕੇ ਜਲਦੀ ਉਸ ਨੂੰ ਆਪਣੇ ਅਧੀਨ ਕਰ ਸਕਦੇ ਹੈਗੇ ਆ। ਨਾਲ ਦੀ ਨਾਲ ਉਹ ਆਪਣੀ ਜਿਹੜੇ ਕਹਿ ਸਕਦੇ ਸੈਨਾ ਵੀ ਇੱਥੇ ਐਸਟੈਬਲਿਸ਼ ਕਰ ਸਕਦੀ ਸੀਗੀ। ਔਰ ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੇ ਵੀ ਚਾਰਲਸ ਮੈਟਕਫ ਦੇ ਅੱਗੇ ਕੁਝ ਜਿਹੜੀਆਂ ਸ਼ਰਤਾਂ ਰੱਖੀਆਂ ਕਿ ਜੇਕਰ ਉਹ ਇਸ ਤਰੀਕੇ ਦੇ ਨਾਲ ਚੱਲਣਾ ਚਾਹੁੰਦੇ ਆ ਤਾਂ ਸਾਨੂੰ ਵੀ ਜਿਹੜੀਆਂ ਕਹਿ ਸਕਦੇ ਕੁਝ ਸ਼ਰਤਾਂ ਰੱਖਣ ਦਾ ਜਿਹੜਾ ਹੱਕ ਹੈ। ਸੋ ਉਹਨਾਂ ਨੇ ਕੀ ਕੀਤਾ ਕਿ ਪਹਿਲਾਂ ਕਿਹਾ ਕਿ ਅੰਗਰੇਜ਼ੀ ਸਰਕਾਰ ਰਣਜੀਤ ਸਿੰਘ ਦੇ ਸਾਰੇ ਸਿੱਖ ਇਲਾਕਿਆਂ ਉੱਤੇ ਪ੍ਰਭੂਸੱਤਾ ਜਿਹੜੀ ਹੈ ਉਹ ਸਵੀਕਾਰ ਕਰੇ। ਮੀਨਸ ਕਿ ਜਿੰਨੇ ਵੀ ਰਾਜ ਜਾਂ ਜਿੰਨੀਆਂ ਵੀ ਸਟੇਟਾਂ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆ ਉਹਦੇ ਉੱਪਰ ਅੰਗਰੇਜ਼ ਹਮਲਾ ਨਹੀਂ ਕਰਨਗੇ ਔਰ ਸੁਤੰਤਰ ਰੂਪ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਮਹਾਰਾਜਾ ਰਣਜੀਤ ਸਿੰਘ ਆਪਣਾ ਰਾਜ ਕਰ ਸਕੇਗਾ, ਕੋਈ ਇੰਟਰਫੇਰੈਂਸ ਜਿਹੜੀ ਆ ਉਹ ਨਹੀਂ ਹੋਵੇਗੀ। ਦੂਸਰਾ ਸੀ ਕਿ ਜੇ ਰਣਜੀਤ ਸਿੰਘ ਦੇ ਕਾਬਲ ਦੇ ਸ਼ਾਸਕ ਨਾਲ ਲੜਾਈ ਹੋ ਜਾਵੇ ਤਾਂ ਅੰਗਰੇਜ਼ ਇਸ ਮਾਮਲੇ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਨਗੇ ਕਾਬਲ ਦੇ ਸ਼ਾਸਕ ਨਾਲ। ਠੀਕ ਹੈ, ਤਾਂ ਅੰਗਰੇਜ਼ ਉੱਥੇ ਕੋਈ ਇੰਟਰਫੇਅਰ ਨਹੀਂ ਕਰਨਗੇ, ਉਸ ਦੀ ਉਹਨਾਂ ਦੀ ਨਿੱਜੀ ਲੜਾਈ ਹੋ ਜਿਵੇਂ ਵੀ ਨਿਪਟਣ। ਸੋ ਇਸੇ ਕਾਰਨ ਕਰਕੇ ਕੁਝ ਸ਼ਰਤਾਂ ਜਿਹੜੀਆਂ ਹਾਲਾਂਕਿ ਇਹ ਸ਼ਰਤਾਂ ਰੱਖੀਆਂ ਸੀ ਅੰਗਰੇਜ਼ਾਂ ਦੇ ਵੱਲੋਂ ਕਿ ਅਸੀਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਅੰਡਰ ਕਰ ਲਵਾਂਗੇ, ਬਟ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੁਝ ਸ਼ਰਤਾਂ ਉਹਨਾਂ ਦੇ ਬਰਾਬਰ ਰੱਖ ਦਿੱਤੀਆਂ ਜਿਹਦੇ ਕਾਰਨ ਕਰਕੇ ਇਹ ਵਾਲੀ ਗੱਲਬਾਤ ਜਿਹੜੀ ਹੈ ਉਹ ਅਸਫਲ ਰਹੀ ਹੈ ਅਤੇ ਮੈਟਕਾਪ ਦਾ ਜਿਹੜਾ ਪਹਿਲਾ ਮਿਸ਼ਨ ਆ ਉਹ ਕਾਮਯਾਬ ਨਹੀਂ ਹੋ ਪਾਇਆ। ਓਕੇ, ਨੈਕਸਟ ਸੀਗਾ ਮਾਲਵਾ ਦੀ ਤੀਜੀ ਮੁਹਿੰਮ ਜਿਹੜੀ 1808 ਦੇ ਵਿੱਚ ਹੁੰਦੀ ਹੈਗੀ ਆ। ਅੰਗਰੇਜ਼ਾਂ ਦੇ ਉੱਤੇ ਆਪਣਾ ਦਬਾਅ ਪਾਉਣ ਦੇ ਉਦੇਸ਼ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਦਸੰਬਰ 1808 ਦੇ ਵਿੱਚ ਮਾਲਵਾ ਦੇ ਉੱਪਰ ਤੀਜੀ ਵਾਰ ਹਮਲਾ ਕੀਤਾ ਔਰ ਇਸ ਹਮਲੇ ਦੇ ਦੌਰਾਨ ਉਸਨੇ ਫਰੀਦਕੋਟ ਤੇ ਮਲੇਰਕੋਟਲੇ ਦਾ ਜਿਹੜਾ ਇਲਾਕਾ ਸੀ ਉਹ ਆਪਣੇ ਅਧੀਨ ਕਰ ਲਿਆ ਸੀਗਾ। ਇਸ ਤੋਂ ਇਲਾਵਾ ਮਹਾਰਾਜਾ ਨੇ ਪਟਿਆਲਾ, ਨਾਭਾ, ਜੀਂਦ, ਸ਼ਾਹਬਾਦ, ਕੈਂਥਲ ਤੇ ਅੰਬਾਲਾ ਦੇ ਜਿਹੜੇ ਇਲਾਕੇ ਸੀਗੇ ਉਹਨਾਂ ਨੂੰ ਵੀ ਆਪਣੇ ਅਧੀਨ ਕਰ ਲਿਆ, ਪਰ ਉਹਨਾਂ ਨੂੰ ਛੱਡ ਦਿੱਤਾ ਸੀ ਬਟ ਉਹਨਾਂ ਤੋਂ ਨਜ਼ਰਾਨਾ ਜਿਹੜਾ ਹੈ ਉਹ ਵਸੂਲ ਕਰ ਲਿਆ ਸੀਗਾ। ਤੁਸੀਂ ਆਪਣਾ ਸ਼ਾਸਨ ਕਰਦੇ ਰਹੋ ਬਟ ਸਾਨੂੰ ਨਜ਼ਰਾਨਾ ਜਿਹੜਾ ਹੈ ਉਹ ਦਿੰਦੇ ਰਹੋ। ਠੀਕ ਹੈ, ਇਸ ਤੋਂ ਬਾਅਦ ਮੈਟਕਾਪ ਫਿਰ ਦੂਸਰਾ ਮਿਸ਼ਨ ਆਉਂਦਾ, ਯਾਨੀ ਕਿ ਦੂਸਰੀ ਵਾਰ ਜਿਹੜਾ ਹੈ ਮੈਟਕਾਪ ਉਹ ਰਣਜੀਤ ਸਿੰਘ ਨੂੰ ਮਿਲਦਾ ਹੈ। ਤਾਂ ਨੈਪੋਲੀਅਨ ਜਿਹੜਾ ਉਹ ਸਪੇਨ ਦੀ ਲੜਾਈ ਦੇ ਵਿੱਚ ਉਸ ਸਮੇਂ ਉਲਝ ਗਿਆ ਸੀ ਜਿਹਦੇ ਕਾਰਨ ਕਰਕੇ ਭਾਰਤ ਦੇ ਉੱਪਰ ਜਿਹੜਾ ਹਮਲੇ ਦੀ ਸੰਭਾਵਨਾ ਘਟ ਗਈ ਸੀ, ਜਿਸ ਦੇ ਕਾਰਨ ਅੰਗਰੇਜ਼ਾਂ ਨੂੰ ਹੁਣ ਜਿਹੜਾ ਡਰ ਆ ਉਹ ਘਟ ਗਿਆ ਸੀ, ਯਾਨੀ ਕਿ ਆਪਣੀ ਸਥਿਤੀ ਉਹ ਮਜ਼ਬੂਤ ਹੁੰਦੀ ਦਿਸ ਰਹੀ ਸੀਗੀ। ਤਾਂ ਅੰਗਰੇਜ਼ਾਂ ਨੇ ਕੀ ਕੀਤਾ, ਮਹਾਰਾਜਾ ਰਣਜੀਤ ਸਿੰਘ ਦੇ ਵੱਧਦੇ ਹੋਏ ਪ੍ਰਭਾਵ ਨੂੰ ਰੋਕਣ ਦੇ ਲਈ ਕੁਛ ਨਾ ਕੁਛ ਜਿਹੜੀ ਐਕਟੀਵਿਟੀ ਕਰਨੀ ਚਾਹੀ। ਸੋ ਇਸ ਦੇ ਲਈ ਉਹਨਾਂ ਨੇ ਚਾਰਲਸ ਮੈਟਕਾਪ ਨੂੰ 10 ਦਸੰਬਰ 1808 ਨੂੰ ਦੂਸਰੀ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਵਿਖੇ ਜਿਹੜਾ ਭੇਜਿਆ ਤਾਂ ਕਿ ਉੱਥੇ ਅੰਮ੍ਰਿਤਸਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮੁਲਾਕਾਤ ਕਰਕੇ ਇੱਕ ਸੰਧੀ ਜਿਹੜੀ ਹੈ ਉਹ ਕੀਤੀ ਜਾ ਸਕੇ। ਠੀਕ ਹੈ, ਸੋ ਇਹ ਸੰਧੀ ਦੇ ਦੌਰਾਨ ਵੀ ਜਿਹੜਾ ਕਹਿ ਸਕਦੇ ਕੁਛ ਜਿਹੜਾ ਸਿੱਟਾ ਨਹੀਂ ਨਿਕਲਿਆ, ਮਤਲਬ ਕੋਈ ਪੱਖ ਜਾਂ ਵਿਪੱਖ ਦੇ ਵਿੱਚ ਨਹੀਂ ਹੋਇਆ, ਸੋ ਇਹਦਾ ਵੀ ਕੋਈ ਸਿੱਟਾ ਨਹੀਂ ਰਿਹਾ, ਇਹ ਵੀ ਅਸਫਲ ਹੀ ਰਹੀ। ਤਾਂ ਇਸੇ ਦੇ ਦੌਰਾਨ ਜਿਹੜਾ ਕਹਿ ਸਕਦੇ ਕਿ ਦੋਨਾਂ ਸੈਨਿਕਾਂ ਦੇ ਵਿਚਕਾਰ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਵਿਚਕਾਰ ਯੁੱਧ ਵਰਗੀ ਜਿਹੜੀ ਸਥਿਤੀ ਹੋ ਗਈ ਔਰ ਇਸ ਯੁੱਧ ਵਰਗੀ ਸਥਿਤੀ ਦੇ ਨਾਲ ਨਿਪਟਣ ਦੇ ਲਈ ਜਿਹੜਾ ਲੋਕ ਜਿਹੜੇ ਦੋਨਾਂ ਨੇ ਜਿਹੜਾ ਕਹਿ ਸਕਦੇ ਲੜਾਈਆਂ ਦੀ ਜਿਹੜੀ ਉਹ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਤਾਂ ਅੰਗਰੇਜ਼ਾਂ ਨੇ ਫਰਵਰੀ 1809 ਦੇ ਵਿੱਚ ਸਰ ਡੇਵਿਡ
ਆਗਰਾ ਟੋਲਨੀ ਦੇ ਅਧੀਨ ਇੱਕ ਵੱਡੀ ਫੌਜ ਜਿਹੜੀ ਹੈ ਉਹ ਲੁਧਿਆਣੇ ਦੇ ਵਿੱਚ ਭੇਜੀ ਤਾਂ ਕਿ ਉਹ ਇਹਨਾਂ ਦੇ ਵਿਰੁੱਧ ਜਿਹੜੀ ਹੈ ਉਹ ਐਕਟੀਵਿਟੀ ਕਰ ਸਕੇ, ਮੀਨਸ ਹਮਲਾ ਕਰ ਸਕੇ। ਠੀਕ ਹੈ। ਔਰ ਅੰਗਰੇਜ਼ਾਂ ਦਾ ਇਹ ਰਵੱਈਆ ਵੇਖ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਹ ਲੱਗਿਆ ਕਿ ਹੁਣ ਸ਼ਾਇਦ ਜਿਹੜਾ ਯੁੱਧ ਹੋ ਕੇ ਹੀ ਇਸ ਦਾ ਜਿਹੜਾ ਸੋਲੂਸ਼ਨ ਹੋ ਸਕਦਾ ਹੈ, ਤਾਂ ਉਹਨਾਂ ਨੇ ਵੀ ਫਿਰ ਆਪਣੀ ਜਿਹੜੀ ਸੈਨਾ ਹੈ ਉਹ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਨੇ ਦੀਵਾਨ ਮੋਹਕਮ ਚੰਦ, ਠੀਕ ਹੈ, ਦੀਵਾਨ ਮੋਹਕਮ ਚੰਦ ਦੇ ਅਧੀਨ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਸੈਨਾਪਤੀ ਸੀ, ਉਸ ਨੂੰ ਫਲੋਰ ਵਿਖੇ ਜਿਹੜਾ ਨਿਯੁਕਤ ਕਰ ਦਿੱਤਾ ਤਾਂ ਕਿ ਜੇਕਰ ਉਹ ਇੱਧਰ ਆਉਂਦੇ ਨੇ ਤਾਂ ਆਪਾਂ ਉਹਨਾਂ ਦੇ ਉੱਪਰ ਜਿਹੜਾ ਹਮਲਾ ਕਰ ਸਕੀਏ। ਠੀਕ ਹੈ। ਪਰ ਮਹਾਰਾਜਾ ਰਣਜੀਤ ਸਿੰਘ ਨੇ ਬਾਹਮਣਾਂ ਦੇ ਵੱਲੋਂ ਲੜਾਈ ਜਿਹੜੀ ਹੈ ਉਸ ਦੀ ਮਿਤੀ ਵੀ ਜਿਹੜੀ ਉਹ ਮਿਤ ਲਈ ਸੀ ਅਤੇ ਸ਼ੁਭ ਘੜੀ ਦੀ ਜਿਹੜੀ ਰਸਮ ਹੈ ਉਹ ਵੀ ਅਦਾ ਕਰ ਲਈ ਸੀ, ਮੀਨਜ਼ ਕਿ ਕਿਸ ਘੜੀ ਦੇ ਉੱਪਰ ਕਿਸ ਸਮੇਂ ਜਿਹੜਾ ਕਹਿ ਸਕਦੇ ਹਨ ਇਹ ਹਮਲਾ ਕਰਨਾ ਪਊਗਾ। ਪਰ ਇਹਨਾਂ ਸਾਰੀਆਂ ਸਥਿਤੀਆਂ ਦੇ ਹੁੰਦੇ ਹੋਏ ਸੈਨਾਪਤੀ ਵੀ ਪ੍ਰਸਿੱਧ ਹੁੰਦਾ ਹੋਇਆ ਸੀਗਾ, ਸਾਰੀਆਂ ਤਿਆਰੀਆਂ ਵੀ ਹੋ ਚੁੱਕੀਆਂ ਸੀ, ਬਟ ਇਹਨਾਂ ਸਾਰੀਆਂ ਸਥਿਤੀਆਂ ਦੇ ਬਾਵਜੂਦ ਵੀ ਜਿਹੜਾ ਹੈ ਉਹ ਰਣਜੀਤ ਸਿੰਘ ਇਸ ਲੜਾਈ ਦੇ ਸਮੇਂ ਦੇ ਵਿੱਚ ਅੰਗਰੇਜ਼ਾਂ ਦੇ ਅੱਗੇ ਜਿਹੜਾ ਉਹ ਝੁਕ ਗਿਆ, ਮੀਨਜ਼ ਉਸਨੇ ਹਾਰ ਮੰਨ ਲਈ ਇੱਕ ਤਰੀਕੇ ਦੇ ਨਾਲ ਕਿ ਉਹ ਅੰਗਰੇਜ਼ਾਂ ਦੇ ਨਾਲ ਸੰਧੀ ਹੀ ਕਰ ਲਵੇ, ਲੜਾਈ ਦੇ ਨਾਲੋਂ ਬੈਟਰ ਹੈ, ਕਿਉਂਕਿ ਅੰਗਰੇਜ਼ਾਂ ਕੋਲੇ ਜਿਹੜਾ ਕਹਿ ਸਕਦੇ ਮਾਡਰਨ ਹਥਿਆਰ ਸੀ ਉਸ ਸਮੇਂ ਦੇ, ਹਨ, ਜਿਹਦੇ ਕਾਰਨ ਕਰਕੇ ਉਹਨੂੰ ਲੱਗਦਾ ਸੀ ਕਿ ਜੇਕਰ ਆਪਾਂ ਉਹਨਾਂ ਦੇ ਨਾਲ ਯੁੱਧ ਕਰਾਂਗੇ ਤਾਂ ਜੋ ਬਚਿਆ ਇਲਾਕਾ ਹੈ ਤਾਂ ਹੋ ਸਕਦਾ ਹੈ ਕਿ ਉਹ ਵੀ ਅੰਗਰੇਜ਼ ਜਿਹੜਾ ਉਹਨਾਂ ਤੋਂ ਜਿੱਤ ਲੈਣ। ਤਾਂ ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਕਰਨਾ ਹੀ ਜਿਹੜਾ ਉਹ ਬੈਸਟ ਸਮਝਿਆ। ਓਕੇ, ਸੋ ਕਾਰਨ ਕੀ ਰਹੇ ਸੀ ਇਸ ਦੇ? ਠੀਕ ਹੈ। ਪਹਿਲਾ ਸੀਗਾ ਕਿ ਅੰਮ੍ਰਿਤਸਰ ਦੇ ਵਿੱਚ ਚਾਰਲਸ ਮੈਟਕਾਫ ਦੀ ਥੋੜ੍ਹੀ ਜਿਹੀ ਫੌਜ ਨੇ ਅਕਾਲੀਆਂ ਦੀ ਇੱਕ ਵੱਡੀ ਫੌਜ ਨੂੰ ਆਸਾਨੀ ਦੇ ਨਾਲ ਹਰਾ ਦਿੱਤਾ ਸੀ। ਇਸ ਕਾਰਨ ਕਰਕੇ ਰਣਜੀਤ ਸਿੰਘ ਨੂੰ ਵੱਡਾ ਖਤਰਾ ਹੋ ਗਿਆ ਸੀ ਕਿ ਸ਼ਾਇਦ ਜਿਹੜਾ ਪੰਜਾਬ ਦਾ ਇਲਾਕਾ ਉਹ ਅੰਗਰੇਜ਼ ਜਿੱਤ ਲੈਣਗੇ। ਸੋ ਇਸ ਲਈ ਬਚਾਉਣ ਦੇ ਲਈ ਆਪਾਂ ਨੂੰ ਥੋੜ੍ਹਾ ਇਹਨਾਂ ਦੇ ਨਾਲ ਸੰਧੀ ਦੇ ਨਾਲ ਜਿਹੜਾ ਹੈ ਨਾ ਹੱਲ ਕਰ ਲੈਣਾ ਚਾਹੀਦਾ ਹੈ। ਦੂਸਰਾ ਸੀ ਕਿ ਰਣਜੀਤ ਸਿੰਘ ਨੂੰ ਡਰ ਸੀਗਾ ਕਿ ਅੰਗਰੇਜ਼ਾਂ ਦੇ ਨਾਲ ਲੜਾਈ ਹੋ ਜਾਣ ਦੀ ਸੂਰਤ ਦੇ ਵਿੱਚ ਮਾਲਵੇ ਦੇ ਸਾਰੇ ਸਿੱਖ ਜਿਹੜੇ ਉਹ ਅੰਗਰੇਜ਼ਾਂ ਦਾ ਸਾਥ ਦੇਣਗੇ, ਕਿਉਂਕਿ ਉੱਥੋਂ ਦੇ ਸਰਦਾਰਾਂ ਨੇ ਪਹਿਲਾਂ ਹੀ ਸੰਧੀ ਕੀਤੀ ਸੀਗੀ ਕਿ ਅਸੀਂ ਇਸ ਰਣਜੀਤ ਸਿੰਘ ਨੂੰ ਜਿਹੜਾ ਹਰਾਉਣਾ ਚਾਹੁੰਦੇ ਹਾਂ, ਤਾਂ ਇਸ ਦਾ ਵੀ ਉਹਨਾਂ ਨੂੰ ਡਰ ਸੀਗਾ। ਤੀਸਰਾ ਸੀਗਾ ਕਿ ਫਕੀਰ ਅਜ਼ੀਜ਼ ਉਦੀਨ ਅਤੇ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਨੇ ਵੀ ਸ਼ਾਂਤੀ ਤੋਂ ਕੰਮ ਲੈਣ ਦਾ ਜਿਹੜਾ ਮਹਾਰਾਜਾ ਨੂੰ ਸਲਾਹ ਦਿੱਤੀ ਕਿ ਤੁਸੀਂ ਲੜਾਈ ਵਗੈਰਾ 'ਚ ਨਾ ਪਾਓ, ਹੈ ਨਾ। ਸੋ ਇਸ ਨੂੰ ਆਪਾਂ ਜਿਹੜਾ ਸੰਧੀ ਦੇ ਨਾਲ ਹੱਲ ਕਰ ਸਕਦੇ ਹਾਂ, ਜਿਹਦੇ ਨਾਲ ਆਪਣਾ ਸਮਰਾਜ ਬਚਾਇਆ ਜਾ ਸਕਦਾ ਹੈ। ਚੌਥਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਸੀਗਾ ਉਹ ਆਪਣੇ ਸਮਰਾਜ ਨੂੰ, ਆਪਣੇ ਰਾਜ ਦੇ ਸੂਰਜ ਨੂੰ ਉਦੇ ਹੋਣ ਤੋਂ ਪਹਿਲਾਂ ਹੀ ਅਸਤ ਨਹੀਂ ਹੋਣਾ ਚਾਹੁੰਦਾ ਸੀ, ਮਤਲਬ ਖਤਮ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਉਹ ਹਲੇ ਆਪਣੇ ਸਮਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ, ਖਤਮ ਨਹੀਂ ਹੋਣ ਦੇਣਾ ਚਾਹੁੰਦਾ ਸੀ। ਸੋ ਇਸ ਕਾਰਨ ਕਰਕੇ ਵੀ ਜਿਹੜਾ ਹੈ ਉਹ ਇਸ ਲਈ ਜਿਹੜਾ ਕਹਿ ਸਕਦੇ ਹਾਂ ਮੰਨ ਗਏ ਸੀਗੇ ਆਪਾਂ ਸ਼ਾਂਤੀ ਦੇ ਨਾਲ ਹੀ ਇਸ ਨੂੰ ਹੱਲ ਕਰ ਲਈਏ। ਠੀਕ ਹੈ। ਤੇ ਇਹਨਾਂ ਸਾਰੇ ਫੈਕਟਰਾਂ ਦੇ ਕਾਰਨ ਜਿਹੜਾ ਕਰਕੇ ਇਹ ਸਾਰੇ ਹੀ ਫੈਕਟਰ ਜਿਹੜੇ ਉਹ ਰਿਸਪੌਂਸੀਬਲ ਰਹੇ ਸੀਗੇ ਅੰਮ੍ਰਿਤਸਰ ਦੀ ਸੰਧੀ ਦੇ ਲਈ। ਠੀਕ ਹੈ। ਤਾਂ ਆਖਿਰ ਦੇ ਵਿੱਚ ਕੀ ਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ 25 ਅਪ੍ਰੈਲ 1809 ਨੂੰ ਅੰਗਰੇਜ਼ਾਂ ਦੇ ਨਾਲ ਅੰਮ੍ਰਿਤਸਰ ਵਿਖੇ ਜਿਹੜਾ ਸੰਧੀ ਕਰਦਾ ਹੈ, ਜਿਸ ਦੇ ਕਾਰਨ ਉਸ ਨੂੰ ਅੰਮ੍ਰਿਤਸਰ ਦੀ ਜਿਹੜੀ ਸੰਧੀ ਕਿਹਾ ਜਾਂਦਾ ਹੈ। 25 ਅਪ੍ਰੈਲ 1809 ਨੂੰ ਇਸ ਸੰਧੀ ਦੀਆਂ ਕੁਝ ਧਾਰਨਾਵਾਂ ਜਿਹੜੀਆਂ ਸੀਗੀਆਂ, ਸੋ ਪਹਿਲਾ ਸੀ ਕਿ ਅੰਗਰੇਜ਼ੀ ਸਰਕਾਰ ਅਤੇ ਲਾਹੌਰ ਦਰਬਾਰ ਵਿਚਕਾਰ ਪੱਕੀ ਮਿੱਤਰਤਾ ਰਹੇਗੀ, ਇੱਕ ਦੂਸਰੇ ਦੇ ਵਿਰੁੱਧ ਸੈਨਿਕ ਕਾਰਵਾਈ ਨਹੀਂ ਕਰਨਗੇ। ਠੀਕ ਹੈ। ਦੂਸਰੀ ਸੀ ਗੱਲ ਕਿ ਮਹਾਰਾਜਾ ਜਿਹੜਾ ਹੈ ਉਹ ਸਤਲੁਜ ਦਰਿਆ ਦੇ ਖੱਬੇ ਪਾਸੇ ਦੇ ਇਲਾਕੇ ਵਿੱਚ, ਜੋ ਕਿ ਉਸ ਦੇ ਕਬਜ਼ੇ ਦੇ ਵਿੱਚ ਹੈ, ਉਨੀ ਹੀ ਫੌਜ ਰੱਖੇਗਾ ਜਿੰਨੀ ਉਸ ਇਲਾਕੇ ਦੇ ਅੰਦਰੂਨੀ ਪ੍ਰਬੰਧ ਦੇ ਲਈ ਜ਼ਰੂਰੀ ਹੈ, ਜ਼ਿਆਦਾ ਨਹੀਂ ਰੱਖੇਗਾ। ਜੇਕਰ ਉਹ ਜ਼ਿਆਦਾ ਰੱਖੇਗਾ ਤਾਂ ਅਸੀਂ ਫਿਰ ਉਹਨਾਂ ਦੇ ਉੱਪਰ ਜਿਹੜਾ ਕਹਿ ਸਕਦੇ ਆਪਣੀ ਲੋੜ ਦੀ ਕਾਰਵਾਈ ਕਰਾਂਗੇ। ਇਹਨਾਂ ਧਾਰਾਵਾਂ ਦੇ ਵਿੱਚੋਂ ਕਿਸੇ ਦੀ ਇੱਕ ਦੀ ਵੀ ਉਲੰਘਣਾ ਹੋਣ ਦੇ ਉੱਪਰ ਸੰਧੀ ਜਿਹੜੀ ਆ ਉਹ ਰੱਦ ਸਮਝੀ ਜਾਵੇਗੀ ਅਤੇ ਤੁਰੰਤ ਜਿਹੜਾ ਹੈ ਤੁਹਾਡੇ ਉੱਪਰ ਜਿਹੜਾ ਮਤਲਬ ਸਿੱਖਾਂ ਦੇ ਉੱਪਰ ਅਸੀਂ ਹਮਲਾ ਕਰ ਦੇਵਾਂਗੇ। ਠੀਕ ਹੈ। ਅਤੇ ਆਪਣੇ ਅਧੀਨ ਕਰ ਲਵਾਂਗੇ। ਔਰ ਚੌਥੀ ਧਾਰਾ ਦੇ ਵਿੱਚ ਇਹ ਲਿਖਿਆ ਸੀਗਾ, ਕੇਵਲ ਇਹ ਲਿਖਿਆ ਹੋਇਆ ਸੀਗਾ ਕਿ ਇਹ ਸੰਧੀ ਜਿਹੜੀ ਹੈ 25 ਅਪ੍ਰੈਲ 1809 ਨੂੰ ਕੀਤੀ ਗਈ ਹੈ ਔਰ ਇਸ ਉੱਤੇ ਲਾਹੌਰ ਦਰਬਾਰ ਦੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ੀ ਸਰਕਾਰ ਦੇ ਵੱਲੋਂ ਚਾਰਲਸ ਮੈਟਕਫ ਦੇ ਜਿਹੜੇ ਆ ਉਹ ਦਸਤਕ ਹੋਏ ਸੀਗੇ। ਠੀਕ ਹੈ। ਜੋ ਕਿ 25 ਅਪ੍ਰੈਲ 1809 ਨੂੰ ਹੋਈ ਸੀ, ਜਿਸ ਨੂੰ ਅੰਮ੍ਰਿਤਸਰ ਦੀ ਸੰਧੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਓਕੇ, ਸੋ ਨੈਕਸਟ ਹੈ ਅੰਮ੍ਰਿਤਸਰ ਦੀ ਸੰਧੀ ਜਿਹੜੀ ਹੈ ਉਸ ਦਾ ਮਹੱਤਵ ਕੀ ਰਿਹਾ। ਸੋ ਰਣਜੀਤ ਸਿੰਘ ਨੂੰ ਇਸ ਦੀਆਂ ਕਾਫੀ ਸਾਰੀਆਂ ਹਾਨੀਆਂ ਰਹੀਆਂ, ਅੰਗਰੇਜ਼ਾਂ ਨੂੰ ਵੀ ਕਾਫੀ ਹਾਨੀਆਂ ਰਹੀਆਂ ਔਰ ਇਸ 'ਤੇ ਲਾਭ ਵੀ ਹੋਇਆ ਹੈ ਨਾ ਦੋਨਾਂ ਨੂੰ। ਤਾਂ ਪਹਿਲਾਂ ਗੱਲ ਕਰਦੇ ਹਾਂ ਰਣਜੀਤ ਸਿੰਘ ਨੂੰ ਇਸ ਦੀਆਂ ਹਾਨੀਆਂ ਕੀ ਹੋਈਆਂ। ਸੋ ਇਸ ਦੇ ਨਾਲ ਕੀ ਹੋਇਆ ਕਿ ਰਣਜੀਤ ਸਿੰਘ ਦੇ ਸੁਪਨੇ ਨੂੰ ਤਬਾਹ ਕਰ ਦਿੱਤਾ, ਕਿਉਂਕਿ ਉਹ ਆਪਣੇ ਸਮਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ, ਪਰ ਹੁਣ ਉਹਨਾਂ ਦੀਆਂ ਸਮਰਾਜ ਦੇ ਵਿਸਤਾਰ ਕਰਨ ਦੇ ਉੱਪਰ ਪਾਬੰਦੀ ਲੱਗੀ। ਸੋ ਉਸਨੇ ਆਪਣੇ ਸਮਰਾਜ ਦਾ ਵਿਸਤਾਰ ਉਹ ਰੋਕ ਦਿੱਤਾ। ਰਣਜੀਤ ਸਿੰਘ ਦੇ ਗੌਰਵ ਨੂੰ ਵੀ ਸੱਟ ਵੱਜੀ, ਕਿਉਂਕਿ ਇਹ ਮੰਨਿਆ ਜਾਂਦਾ ਸੀ ਕਿ ਉਹ ਸਭ ਤੋਂ ਬਹਾਦਰ ਹੈਗੇ ਨੇ, ਹਾਰਦੇ ਨਹੀਂ ਹੈ ਕਿਸੇ ਵੀ ਤਰੀਕੇ ਦੇ ਨਾਲ, ਬਟ ਅੰਗਰੇਜ਼ਾਂ ਨੇ ਉਹਨਾਂ ਨੂੰ ਝੁਕਾ ਲਿਆ, ਹੈ ਨਾ, ਆਪਣੇ ਅਧੀਨ ਕਰ ਲਿਆ ਸੀਗਾ। ਇਸ ਦੇ ਨਾਲ ਕਾਫੀ ਜਿਹੜਾ ਕਹਿ ਸਕਦੇ ਹਾਂ ਗੌਰਵ ਦੇ ਉੱਪਰ ਸੱਟ ਵੱਜੀ, ਹੈ ਨਾ। ਅੰਗਰੇਜ਼ ਜਿਹੜੇ ਉਹ ਪੰਜਾਬ ਦੇ ਨੇੜੇ ਆ ਗਏ, ਜੋ ਕਿ ਪਹਿਲਾਂ ਸਥਿਤ ਸੀ, ਕਿਉਂਕਿ ਦਰਿਆ ਤੱਕ ਆ ਗਏ ਸੀਗੇ, ਸਤਲੁਜ ਦਰਿਆ ਤੱਕ ਕਾਫੀ ਖੇਤਰ ਉਹਨਾਂ ਨੇ ਆਪਣੇ ਅਧੀਨ ਕਰ ਲਿਆ ਸੀ, ਹੈ ਨਾ। ਸੋ ਜਿਹਦੇ ਕਾਰਨ ਕਰਕੇ ਪੰਜਾਬ ਦੇ ਉੱਪਰ ਉਹਨਾਂ ਦਾ ਰਾਜ ਕਰਨਾ ਜਿਹੜਾ ਸੌਖਾ ਹੋ ਗਿਆ ਸੀਗਾ। ਰਣਜੀਤ ਸਿੰਘ ਨੂੰ ਇਲਾਕਾਈ ਅਤੇ ਆਰਥਿਕ ਘਾਟਾ ਵੀ ਜਿਹੜਾ ਉਹ ਕਾਫੀ ਪਿਆ, ਕਿਉਂਕਿ ਕੁਛ ਖੇਤਰ ਜਿਹੜਾ ਹੈ ਉਹ ਅੰਗਰੇਜ਼ਾਂ ਨੇ ਆਪਣੇ ਅਧੀਨ ਕਰ ਲਏ ਸੀਗੇ। ਠੀਕ ਹੈ। ਫੌਜ ਜਿਹੜੀ ਘੱਟ ਕਰ ਦਿੱਤੀ ਸੀਗੀ ਔਰ ਆਰਥਿਕ ਤੌਰ ਦੇ ਉੱਪਰ ਵੀ ਜਿਹੜਾ ਹੈ ਨਾ ਅੰਗਰੇਜ਼ਾਂ ਦਾ ਕਾਫੀ ਹੱਦ ਤੱਕ ਜਿਹੜਾ ਅਧਿਕਾਰ ਹੋ ਚੁੱਕਿਆ ਸੀਗਾ। ਮਾਲਵਾ ਅਤੇ ਮਾਝਾ ਦੇ ਵਿਚਕਾਰ ਰਾਜਨੀਤਿਕ ਭੇਦਭਾਵ ਦੀ ਖਾਈ ਜਿਹੜੀ ਉਹ ਵੱਡੀ ਹੋ ਗਈ ਸੀਗੀ, ਕਿਉਂਕਿ ਮਾਲਵਾ ਦੇ ਜਿਹੜੇ ਸਰਦਾਰ ਸੀ ਉਹ ਕਿਤੇ ਨਾ ਕਿਤੇ ਹੈ ਨਾ ਵਿਰੁੱਧ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ।
ਇਸ ਤੋਂ ਇਲਾਵਾ ਰਣਜੀਤ ਸਿੰਘ ਨੂੰ ਲਾਭ ਵੀ ਹੋਏ ਇਸ ਸੰਧੀ ਦੇ। ਸੋ ਪਹਿਲਾਂ ਕੀ ਸੀਗਾ ਕਿ ਰਣਜੀਤ ਸਿੰਘ ਨੇ ਆਪਣਾ ਰਾਜ ਜਿਹੜਾ ਉਹ ਨਸ਼ਟ ਹੋਣ ਤੋਂ ਬਚਾ ਲਿਆ। ਜੇਕਰ ਕਿਤੇ ਲੜਾਈ ਹੋ ਜਾਂਦੀ ਤਾਂ ਸੁਭਾਵਿਕ ਸੀਗਾ ਕਿ ਰਣਜੀਤ ਸਿੰਘ ਦਾ ਰਾਜ ਇਸ ਤੋਂ ਪਹਿਲਾਂ ਹੀ ਖਤਮ ਹੋ ਜਾਣਾ ਸੀ, ਯਾਨੀ ਕਿ 1809 ਦੇ ਵਿੱਚ ਹੀ ਖਤਮ ਹੋ ਜਾਣਾ ਸੀ, ਜੋ ਕਿ 1839 ਤੱਕ ਚੱਲਦਾ ਰਿਹਾ ਸੀਗਾ। ਠੀਕ ਹੈ, ਜੇਕਰ ਇਹ ਲੜਾਈ ਹੋ ਜਾਂਦੀ, ਬਟ ਇਹਨਾਂ ਨੇ ਸੰਧੀ ਕਰਕੇ ਉਸ ਨੂੰ ਬਚਾ ਲਿਆ। ਰਣਜੀਤ ਸਿੰਘ ਨੂੰ ਆਪਣੇ ਰਾਜਾਂ ਦੀਆਂ ਸੀਮਾਵਾਂ ਹੋਰ ਦਿਸ਼ਾਵਾਂ ਦੇ ਵੱਲ ਵਧਾਉਣ ਦਾ ਮੌਕਾ ਮਿਲ ਗਿਆ, ਯਾਨੀ ਕਿ ਉੱਤਰ ਦੇ ਵੱਲ ਉਹ ਜਾ ਸਕਦੇ ਸੀ। ਸਤਲੁਜ ਤੱਕ ਬੇਸ਼ੱਕ ਉਹਨਾਂ ਨੂੰ ਜਿਹੜਾ ਰੋਕ ਲਗਾ ਦਿੱਤੀ ਸੀ ਅੰਗਰੇਜ਼ਾਂ ਨੇ, ਬਟ ਬਾਕੀ ਦੇ ਖੇਤਰ ਦੇ ਵਿੱਚ ਉਹ ਮੂਵ ਕਰ ਸਕਦੇ ਸੀਗੇ। ਓਕੇ, ਨੈਕਸਟ ਹੈ ਅੰਗਰੇਜ਼ਾਂ ਨੂੰ ਲਾਭ ਇਸ 'ਤੇ। ਸੋ ਅੰਗਰੇਜ਼ਾਂ ਨੂੰ ਕਾਫੀ ਲਾਭ ਹੋਏ ਸੀ ਕਿ ਤਾਂ ਉਹ ਆਪਣੀ ਜਿਹੜੀ ਕੂਟਨੀਤਿਕ ਸੀ ਉਸ ਦੇ ਵਿੱਚ ਉਹ ਜਿੱਤ ਗਈ। ਉਹਨਾਂ ਦੀ ਪਲੈਨਿੰਗ ਸੀਗੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਜਾਲ 'ਚ ਫਸਾ ਕੇ ਇੱਕ ਪੱਖੋਂ ਤੋਂ ਆਪਾਂ ਕਮਜ਼ੋਰ ਕਰ ਲਈਏ, ਤਾਂ ਉਸ ਦੇ ਵਿੱਚ ਉਹ ਸਕਸੈਸਫੁਲ ਹੋ ਪਾਏ। ਪ੍ਰਦੇਸ਼ਿਕ ਲਾਭ ਮੀਨਸ ਉਸ ਨੂੰ ਕਾਫੀ ਸਾਰਾ ਖੇਤਰ ਵੀ ਜਿਹੜਾ ਐਕਸਟਰਾ ਮਿਲ ਗਿਆ ਜਿਸ ਨੂੰ ਉਹ ਆਪਣੇ ਅਧੀਨ ਕਰਨਾ ਚਾਹੁੰਦੇ ਸੀਗੇ। ਅਤੇ ਮਾਲਵਾ ਦੇ ਸਰਦਾਰਾਂ ਦੇ ਵੱਲੋਂ ਸਹਿਯੋਗ ਮਿਲਣ ਦੇ ਵਿੱਚ ਉਹਨਾਂ ਨੂੰ ਜਿਹੜਾ ਕਹਿੰਦੇ ਆ ਪਾਵਰ ਮਿਲੀ, ਤਾਂ ਕਿ ਉਹ ਜਿਹੜਾ ਰਣਜੀਤ ਸਿੰਘ ਨੂੰ ਕਿਤੇ ਨਾ ਕਿਤੇ ਕਮਜ਼ੋਰ ਕਰ ਸਕਣ, ਕਿਉਂਕਿ ਮਾਲਵਾ ਦੇ ਸਰਦਾਰਾਂ ਨੇ ਤਾਂ ਪਹਿਲਾਂ ਹੀ ਉਹਨਾਂ ਦੇ ਨਾਲ ਗੱਲ ਕੀਤੀ ਸੀ, ਬਟ ਜਦੋਂ ਇਹ ਲੜਾਈ ਛਿੜਨ ਵਾਲੀ ਸੀ ਤਾਂ ਉਸ ਸਮੇਂ ਵੀ ਉਹਨਾਂ ਨੇ ਜਿਹੜਾ ਸਹਿਯੋਗ ਦਿੱਤਾ। ਓਕੇ, ਅੰਗਰੇਜ਼ਾਂ ਹੋਰ ਸ਼ਕਤੀਆਂ ਨੂੰ ਕੁਚਲ ਸਕੇ, ਯਾਨੀ ਕਿ ਜਿਹੜੀਆਂ ਹੋਰ ਸ਼ਕਤੀਆਂ ਸੀਗੀਆਂ ਸੋ ਇਹਨਾਂ ਨੂੰ ਤਾਂ ਉਹਨਾਂ ਨੇ ਇੱਕ ਸਾਈਡ ਦੇ ਉੱਪਰ ਕਰ ਦਿੱਤਾ, ਬਟ ਬਾਕੀ ਦੀਆਂ ਜਿਹੜੀਆਂ ਸ਼ਕਤੀਆਂ ਸੀ ਉਹਨਾਂ ਦੇ ਉੱਪਰ ਉਹ ਪੂਰਾ ਧਿਆਨ ਦੇ ਸਕੇ, ਜਿਸ ਕਾਰਨ ਕਰਕੇ ਜਲਦੀ ਉਹਨਾਂ ਨੂੰ ਕੁਚਲ ਦਿੱਤਾ। ਪੰਜਾਬ ਦੇ ਮੱਧਵਰਤੀ ਰਾਜ ਬਣਾਇਆ, ਠੀਕ ਹੈ, ਸੋ ਇਸ ਦੇ ਅਧੀਨ ਆ ਜਾਂਦਾ ਇਸ ਤੋਂ ਬਾਅਦ। ਠੀਕ ਹੈ, ਸੋ ਇਹ ਸੀਗੀ ਅੰਮ੍ਰਿਤਸਰ ਦੀ ਸੰਧੀ ਤੱਕ ਦਾ ਫੈਸਲਾ, ਔਰ ਇਹ 1809 ਤੱਕ ਖਤਮ ਹੋ ਜਾਂਦਾ ਹੈ। ਇਸ ਤੋਂ ਬਾਅਦ 1809 ਤੋਂ ਲੈ ਕੇ 39 ਤੱਕ ਦਾ ਸਮਾਂ ਰਹਿੰਦਾ ਹੈ। ਸੋ ਇਹ ਅੰਮ੍ਰਿਤਸਰ ਦੀ ਸੰਧੀ ਤੋਂ ਬਾਅਦ ਦਾ ਸਮਾਂ ਰਹਿੰਦਾ ਹੈ। ਸੋ ਇਸ ਦੌਰਾਨ ਕੀ ਹੁੰਦਾ ਹੈ ਕਿ ਅੰਮ੍ਰਿਤਸਰ ਦੀ ਸੰਧੀ ਤੋਂ ਬਾਅਦ ਕੁਝ ਸ਼ੱਕ ਤੇ ਬੇਵਸੀ ਦਾ ਜਿਹੜਾ ਸਮਾਂ ਰਹਿੰਦਾ, ਸੋ ਇਹ ਵੀ ਰਿਹਾ ਰਹਿੰਦਾ ਹੈ ਕਿ ਕਿਤੇ ਅੰਗਰੇਜ਼ ਉਹਨਾਂ ਦੇ ਉੱਪਰ ਹਮਲਾ ਨਾ ਕਰਦੇ, ਕਿਤੇ ਇਹ ਵੀ ਲੱਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਉੱਪਰ ਹਮਲਾ ਨਾ ਕਰਦੇ ਪਏ। ਠੀਕ ਹੈ, ਅੰਮ੍ਰਿਤਸਰ ਦੀ ਸੰਧੀ ਹੋ ਚੁੱਕੀ ਸੀ, ਬਟ ਫਿਰ ਵੀ ਕਿਤੇ ਨਾ ਕਿਤੇ ਸ਼ੱਕ ਰਿਹਾ ਸੀ। 1809 ਤੋਂ ਲੈ ਕੇ 1812 ਤੱਕ ਦਾ ਸਮਾਂ ਜਿਹੜਾ ਉਹ ਸਾਰਾ ਸ਼ੱਕ ਵਾਲਾ ਹੀ ਸੀਗਾ ਵੀ ਕੋਈ ਇੱਕ ਦੂਸਰੇ ਦੇ ਉੱਪਰ ਹਮਲਾ ਨਾ ਕਰਦੇ, ਕਿਉਂਕਿ ਸਥਿਤੀ ਪਹਿਲਾਂ ਰਹੀ ਸੀ, ਬਟ ਦੋਨਾਂ ਨੇ ਇਸ ਨੂੰ ਨਿਪਟਣ ਦੇ ਲਈ ਜਿਹੜਾ ਹੈ ਇਸ ਦਾ ਸੋਲੂਸ਼ਨ ਲੱਭਿਆ ਸੀ ਕਿ ਸੰਧੀ ਕਰ ਲਈ ਜਾਵੇ। ਠੀਕ ਹੈ, ਔਰ ਅੰਗਰੇਜ਼ਾਂ ਨੇ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਲੁਧਿਆਣੇ ਦੇ ਵਿੱਚ ਇੱਕ ਸ਼ਕਤੀਸ਼ਾਲੀ ਸੈਨਿਕ ਛਾਉਣੀ ਜਿਹੜੀ ਹੈ ਉਹ ਬਣਾ ਲਿੱਤੀ ਸੀ, ਤਾਂ ਕਿ ਜੇਕਰ ਰਣਜੀਤ ਸਿੰਘ ਉਹਨਾਂ ਦੇ ਉੱਪਰ ਹਮਲਾ ਕਰੇਗਾ ਤਾਂ ਉਸ ਦੇ ਨਾਲ ਉਹ ਨਿਪਟ ਸਕਣ। ਠੀਕ ਹੈ, ਕਿਉਂਕਿ ਇਹ ਨੇੜੇ ਆ ਗਏ ਸੀ ਉਹਨਾਂ ਦੇ। ਇਸ ਤੋਂ ਇਲਾਵਾ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਫਿਲੌਰ ਦੇ ਵਿੱਚ ਇੱਕ ਕਿਲੇ ਦਾ ਨਿਰਮਾਣ ਕਰ ਲਿਆ ਸੀ ਕਿ ਜੇਕਰ ਕਈ ਵਾਰ ਅੰਗਰੇਜ਼ ਹਮਲਾ ਕਰਦੇ ਨੇ ਤਾਂ ਉਹ ਇਸ ਕਿਲੇ ਤੋਂ ਜਿਹੜਾ ਹੈ ਪੂਰਾ ਕੰਟਰੋਲ ਕਰਕੇ ਉਹਨਾਂ ਨੂੰ ਹਰਾ ਸਕਣ। ਠੀਕ ਹੈ, ਕਿਉਂਕਿ ਕਹਿ ਸਕਦੇ ਹਾਂ ਇੱਕ ਮਤਲਬ ਵਿਚਾਰਧਾਰਾ ਵਾਲੀ ਲੜਾਈ ਸੀਗੀ, ਜਿਵੇਂ ਕਿ ਆਪਾਂ ਕੋਲਡ ਵਾਰ ਦੀ ਗੱਲ ਕਰਦੇ ਹੁੰਦੇ ਹਾਂ। ਸੋ ਉਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਸੀ ਕਿ ਕਿਸੇ ਵੀ ਸਮੇਂ ਲੜਾਈ ਹੋ ਸਕਦੀ ਸੀ 1809 ਤੋਂ ਲੈ ਕੇ 1812 ਤੱਕ ਦੀ। ਠੀਕ ਹੈ, ਬਟ 12 ਤੋਂ ਬਾਅਦ ਕੁਝ ਸਬੰਧਾਂ ਦੇ ਵਿੱਚ ਸੁਧਾਰ ਆਉਂਦਾ ਹੈ। ਸੋ 12 ਦੇ ਵਿੱਚ ਜਿਹੜਾ ਕਹਿੰਦੇ ਆ 1812 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਡੇਵਿਡ ਆਰਕਟੋਲੀ ਨੂੰ ਕੰਵਰ ਖੜਕ ਸਿੰਘ ਦੀ ਸ਼ਾਦੀ ਦੇ ਉੱਪਰ ਸੱਦਾ ਦਿੰਦਾ ਹੈਗਾ ਮੀਨਸ ਉਸ ਨੂੰ ਸ਼ਾਦੀ ਦੇ ਉੱਪਰ ਬੁਲਾਉਂਦਾ ਹੈ। ਇਹਦਾ ਕਾਰਨ ਇਹ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਸੀ ਜਿਹੜਾ ਉਹ ਅੰਗਰੇਜ਼ਾਂ ਦੇ ਕਰੀਬ ਜਾਣਾ ਚਾਹੁੰਦਾ ਸੀ, ਜਿਹਦੇ ਨਾਲ ਮਿੱਤਰਤਾਪੂਰਨ ਸੰਬੰਧ ਜਿਹੜੇ ਆ ਉਹ ਇਸਟੈਬਲਿਸ਼ ਕੀਤੇ ਜਾ ਸਕਣ। ਠੀਕ ਹੈ, ਫਿਰ ਇਸ ਤੋਂ ਅੱਗੇ 1812 ਤੋਂ ਲੈ ਕੇ 1812 ਤੋਂ ਲੈ ਕੇ ਯਾਨੀ ਕਿ ਖੜਕ ਸਿੰਘ ਦੀ ਕੰਵਰ ਖੜਕ ਸਿੰਘ ਦੀ ਸ਼ਾਦੀ ਤੋਂ ਬਾਅਦ ਤੋਂ ਲੈ ਕੇ 1821 ਤੱਕ ਦੇ ਸਮੇਂ ਦੌਰਾਨ ਅੰਗਰੇਜ਼ਾਂ ਤੇ ਰਣਜੀਤ ਸਿੰਘ ਦੇ ਵਿਚਕਾਰ ਨਿਰਪੱਖਤਾ ਦੀ ਨੀਤੀ ਅਪਣਾਈ ਗਈ ਅਤੇ ਇੱਕ ਦੂਜੇ ਦੇ ਮਾਮਲਿਆਂ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ, ਯਾਨੀ ਕਿ ਪੂਰੇ ਜਿਹੜੇ ਸੁਧਾਰ ਸੀ ਇਹਨਾਂ ਦੇ ਹੋ ਚੁੱਕੇ ਸੀਗੇ ਇਸ ਸਮੇਂ ਤੱਕ। ਓਕੇ, ਫਿਰ ਇਸ ਤੋਂ ਬਾਅਦ ਬਦਨੀ ਦੀ ਸਮੱਸਿਆ ਆਉਂਦੀ ਹੈ ਕਿ ਬਦਨੀ ਕੀ ਸੀਗਾ ਕਿ 1822 ਦੇ ਵਿੱਚ ਬਦਨੀ ਪਿੰਡ ਸੀਗਾ, ਇਸ ਦੀ ਮਾਲਕੀਅਤ ਬਾਰੇ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਆਪਸੀ ਕੁਝ ਕੜਤਨ ਜਿਹੜੀ ਉਹ ਪੈਦਾ ਹੋ ਗਈ ਸੀ, ਯਾਨੀ ਕਿ ਭੇਦਭਾਵ ਪੈਦਾ ਹੋ ਗਿਆ ਸੀਗਾ ਬਦਨੀ ਪਿੰਡ ਨੂੰ ਲੈ ਕੇ। ਠੀਕ ਹੈ, ਸੋ ਕੀ ਭੇਦਭਾਵ ਸੀਗਾ ਇਸ ਦੇ ਵਿੱਚ ਕਿ ਇਸ ਪਿੰਡ ਨੂੰ ਮਹਾਰਾਜਾ ਰਣਜੀਤ ਸਿੰਘ ਨੇ 1808 ਦੇ ਵਿੱਚ ਆਪਣੀ ਸੱਸ ਸਦਾ ਕੌਰ ਨੂੰ ਜਿਹੜਾ ਜਿੱਤ ਕੇ ਦਿੱਤਾ ਸੀਗਾ, ਤਾਂ ਕਿ ਉਹ ਇਸ ਦੇ ਉੱਪਰ ਆਪਣਾ ਸ਼ਾਸਨ ਜਿਹੜਾ ਐਸਟੈਬਲਿਸ਼ ਕਰ ਸਕੇ। ਠੀਕ ਹੈ, ਬਟ 1821 ਦੇ ਵਿੱਚ ਜਦੋਂ ਰਣਜੀਤ ਸਿੰਘ ਅਤੇ ਸੱਸ ਸਦਾ ਕੌਰ ਦੇ ਵਿੱਚ ਝਗੜਾ ਹੋ ਜਾਂਦਾ ਹੈ ਤਾਂ ਰਣਜੀਤ ਸਿੰਘ ਸੀਗਾ ਜਿਹੜਾ ਉਹ ਆਪਣੀ ਸੱਸ ਨੂੰ ਗ੍ਰਿਫਤਾਰ ਕਰਕੇ ਬਦਨੀ ਦੇ ਉੱਪਰ ਆਪਣਾ ਕਬਜ਼ਾ ਕਰ ਲੈਂਦਾ ਹੈਗਾ। ਠੀਕ ਹੈ, ਉਹਨੂੰ ਗ੍ਰਿਫਤਾਰ ਕਰ ਲੈਂਦਾ ਹੈ ਔਰ ਬਦਨੀ ਦੇ ਇਲਾਕੇ ਦੇ ਉੱਪਰ ਆਪਣਾ ਜਿਹੜਾ ਰਾਜ ਉਹ ਸਟੈਬਲਿਸ਼ ਕਰ ਲੈਂਦਾ ਹੈ। ਤਾਂ ਸਦਾ ਕੌਰ ਦੇ ਕਹਿਣ ਦੇ ਉੱਪਰ ਅੰਗਰੇਜ਼ਾਂ ਨੇ ਜਿਹੜਾ ਹੈ ਬਦਨੀ ਦੇ ਵਿੱਚੋਂ ਰਣਜੀਤ ਸਿੰਘ ਦੀ ਫੌਜ ਨੂੰ ਕੱਢ ਦਿੱਤਾ, ਕਿਉਂਕਿ ਉਹ ਸਮਝਦੇ ਸੀ ਕਿ ਜਿਹੜੀ ਉਹਦੀ ਸੱਸ ਸਦਾ ਕੌਰ ਉਸ ਕੋਲ ਇਹ ਰਾਜ ਸੀਗਾ। ਠੀਕ ਆ, ਔਰ ਇਸੇ ਚੀਜ਼ ਦਾ ਉਹ ਫਾਇਦਾ ਲੈਣਾ ਚਾਹੁੰਦੇ ਸੀ ਕਿ ਕੋਈ ਨਾ ਕੋਈ ਉਹਨਾਂ ਦਾ ਹੀ ਖਾਸ ਵਿਅਕਤੀ ਇਹਦੇ ਵਿੱਚ ਐਂਟਰ ਹੋ ਕੇ ਸਾਡੀ ਸ਼ਕਤੀ ਦੀ ਇੰਪਰੂਵਮੈਂਟ ਜਿਹੜੀ ਹੈ ਕਰ ਸਕੇ, ਸਾਨੂੰ ਕਿ ਮੌਕਾ ਦੇਵੇ ਜਿੱਤਣ ਦੇ ਲਈ ਜਾਂ ਸਾਨੂੰ ਲੜਾਈ ਦੇ ਲਈ। ਤਾਂ ਉਹ ਸਥਿਤੀ ਇਹਨਾਂ ਨੇ ਕ੍ਰੀਏਟ ਕਰ ਦਿੱਤੀ। ਤਾਂ ਇਸੇ ਸਥਿਤੀ ਦੇ ਦੌਰਾਨ ਜਿਹੜਾ ਕਹਿ ਸਕਦੇ ਹਾਂ ਇਹਨਾਂ ਦੋਨਾਂ ਦੇ ਵਿੱਚ ਮਤਭੇਦ ਆਉਂਦੇ ਨੇ। ਰਣਜੀਤ ਸਿੰਘ ਜਿਹੜਾ ਹੈ ਜਦੋਂ ਆਪਣੀ ਫੌਜ ਨੂੰ ਉਸ ਖੇਤਰ ਦੇ ਵਿੱਚੋਂ ਬਾਹਰ ਕੱਢਦੇ ਦੇਖਦਾ ਹੈ ਕਿ ਅੰਗਰੇਜ਼ ਉਸ ਨੂੰ ਬਾਹਰ ਕੱਢ ਰਹੇ ਨੇ ਔਰ ਸੱਸ ਦੇ ਕਾਰਨ ਕੱਢ ਰਹੇ ਨੇ ਸਦਾ ਕੌਰ ਦੇ ਕਹਿਣ ਦੇ ਉੱਪਰ, ਤਾਂ ਉਹ ਬਹੁਤ ਜ਼ਿਆਦਾ ਨਾਰਾਜ਼ ਹੁੰਦਾ, ਗੁੱਸਾ ਹੁੰਦਾ ਔਰ ਬਟ ਫਿਰ ਵੀ ਉਹ ਇਸ ਲੜਾਈ ਦੇ ਵਿੱਚ ਚੁੱਪ ਰਹਿੰਦਾ ਹੈ, ਤਾਂ ਕਿ ਉਹਨੂੰ ਪਤਾ ਸੀ ਕਿ ਜੇਕਰ ਕਿਤੇ ਲੜਾਈ ਹੋ ਗਈ ਤਾਂ ਸ਼ਾਇਦ ਸੰਭਾਵਨਾ ਸੀ ਕਿ ਉਸਦਾ ਸਮਰਾਜ ਜਿਹੜਾ ਉਹ ਖੁੱਝ ਜਾਵੇਗਾ ਉਸਦੇ ਕੋਲੋਂ। ਓਕੇ,
ਫਿਰ ਇਸ ਸਥਿਤੀ ਤੋਂ ਬਾਅਦ ਫਿਰ 1822 ਤੋਂ ਬਾਅਦ ਜਿਹੜਾ ਕਹਿ ਸਕਦੇ ਹੈਗੇ ਆਂਗੇ ਉਹਨਾਂ ਦੇ ਵਿੱਚ ਦੁਬਾਰਾ ਤੋਂ ਮਿੱਤਰਤਾ ਸਥਾਪਿਤ ਹੁੰਦੀ ਹੈ, ਜੋ ਕਿ 1824 ਤੋਂ ਲੈ ਕੇ 1830 ਤੱਕ ਫਿਰ ਕੰਟੀਨਿਊ ਚੱਲਦੀ ਹੈ ਮਿੱਤਰਤਾਪੂਰਨ ਸੰਬੰਧ। ਸੋ ਇਸ ਸਮੇਂ ਦੌਰਾਨ ਕੀ ਹੁੰਦਾ ਕਿ 1823 ਦੇ ਵਿੱਚ ਕੈਪਟਨ ਵੇਡ ਜਿਹੜਾ ਕਿ ਮਰੇ ਦੀ ਥਾਂ ਲੁਧਿਆਣੇ ਦਾ ਨਵਾਂ ਪੋਲੀਟੀਕਲ ਏਜੰਟ ਬਣਿਆ ਸੀ। ਇਸ ਤੋਂ ਪਹਿਲਾਂ ਡਾਕਟਰ ਮਰੇ ਸੀਗਾ ਜਿਹੜਾ ਉਹ ਲੁਧਿਆਣਾ ਦਾ ਏਜੰਟ ਸੀਗਾ, ਬਟ ਕੈਪਟਨ ਵੇਡ ਦੇ ਆਉਣ ਦੇ ਨਾਲ ਜਿਹੜਾ ਕਹਿ ਸਕਦੇ ਹੈਗੇ ਆਂਗੇ ਨਵਾਂ ਜਿਹੜਾ ਪੋਲੀਟੀਕਲ ਏਜੰਟ ਆਉਂਦਾ। ਸੋ ਇਹ ਕੀ ਹੈ, ਸੁਧਾਰ ਕਰਦਾ ਹੈ ਦੋਨਾਂ ਦੇ ਵਿੱਚ, ਠੀਕ ਹੈ। ਤਾਂ ਵੇਡ ਨੇ ਨਾ ਕੇਵਲ ਬਦਨੀ ਦੇ ਇਲਾਕੇ ਤੇ ਸਗੋਂ ਮਾਛੀਵਾੜਾ, ਮਾਖੋਵਾਲ ਤੇ ਆਨੰਦਪੁਰ ਦੇ ਇਲਾਕਿਆਂ ਤੇ ਵੀ ਰਣਜੀਤ ਸਿੰਘ ਦਾ ਜਿਹੜਾ ਅਧਿਕਾਰ ਸੀ ਉਸ ਨੂੰ ਸਵੀਕਾਰ ਕਰ ਲਿਆ। ਸੋ ਇਹਨਾਂ ਨੇ ਕੀ ਕੀਤਾ, ਪਲੈਨਿੰਗ ਕੀਤੀ ਹੈ ਨਾ ਕਿ ਇਸ ਨੂੰ ਇਲਾਕਾ ਦੇ ਦਿਓ, ਇਸ ਨਾਲ ਸੰਤੁਸ਼ਟ ਹੋਊਗਾ, ਜਿਹਦੇ ਕਾਰਨ ਕਰਕੇ ਸਾਡੇ ਵਿਰੁੱਧ ਕੋਈ ਸੈਨਿਕ ਕਾਰਵਾਈ ਜਿਹੜੀ ਉਹ ਨਹੀਂ ਹੋਊਗੀ, ਠੀਕ ਹੈ। ਸੋ ਇਹ ਪਲੈਨਿੰਗ ਸੀ ਉਹਨਾਂ ਦੀ, ਸੋ ਇਸ ਦੇ ਕਾਰਨ ਇਹ ਸਭ ਕੁਝ ਹੋ ਪਾਇਆ ਸੀ। ਤਾਂ 3 ਇਲਾਕੇ ਉਹਨਾਂ ਨੇ ਐਕਸਟਰਾ ਵੀ ਦੇ ਦਿੱਤੇ, ਮਾਛੀਵਾੜ ਦਾ, ਮਾਖੋਵਾਲ ਦਾ ਤੇ ਆਨੰਦਪੁਰ ਦਾ। ਬਦਨੀ ਪਿੰਡ ਤਾਂ ਉਹਨੂੰ ਦੇ ਹੀ ਦਿੱਤਾ ਸੀਗਾ। ਇਹ ਵੇਡ ਦੇ ਕਾਰਨ ਹੋਇਆ ਸੀਗਾ, ਕੈਪਟਨ ਵੇਡ ਦੇ, ਜੋ 1823 ਦੇ ਵਿੱਚ ਜਿਹੜਾ ਨਵਾਂ ਏਜੰਟ ਬਣਿਆ ਸੀ ਪੋਲੀਟੀਕਲ ਦਾ, ਠੀਕ ਹੈ, ਜੋ ਕਿ ਲੁਧਿਆਣੇ ਦੇ ਵਿੱਚ ਸੀਗਾ। ਤਾਂ ਰਣਜੀਤ ਸਿੰਘ ਨੇ 1824 ਦੇ ਵਿੱਚ ਜਦੋਂ ਨੇਪਾਲ ਸਰਕਾਰ ਨੇ ਅੰਗਰੇਜ਼ਾਂ ਦੇ ਵਿਰੁੱਧ ਉਸ ਤੋਂ ਸਹਾਇਤਾ ਮੰਗੀ ਤਾਂ ਉਹਨੇ ਇਨਕਾਰ ਕਰ ਦਿੱਤਾ। ਕਿਉਂ ਕਰ ਦਿੱਤਾ? ਕਿਉਂਕਿ ਉਹਨਾਂ ਨੇ ਵੇਡ ਨੇ ਜਿਹੜਾ ਹੈ ਪਹਿਲਾਂ ਹੀ ਉਸ ਨੂੰ ਹੈ ਨਾ ਉਸ ਤਰੀਕੇ ਦੇ ਨਾਲ ਬਣਾ ਲਿਆ ਸੀ, ਤਿਆਰ ਕਰ ਲਿਆ ਸੀ ਕਿ ਜੇਕਰ ਕੋਈ ਹਮਲਾ ਕਰੇ ਤਾਂ ਉਹ ਸਾਥ ਦੇਵੇਗਾ, ਤਾਂ ਇਸ ਦੇ ਬਦਲੇ ਹੀ ਉਹਨਾਂ ਨੇ ਇਹ ਜਿਹੜੇ ਇਲਾਕੇ ਉਹਨਾਂ ਨੂੰ ਦਿੱਤੇ ਸੀਗੇ, ਠੀਕ ਹੈ। ਤਾਂ ਇਸ ਦੇ ਵਿੱਚ ਉਹ ਕਾਮਯਾਬ ਹੋ ਪਾਏ। ਤਾਂ 1825 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਭਾਰਤਪੁਰ ਦੇ ਰਾਜੇ ਨੂੰ ਅੰਗਰੇਜ਼ਾਂ ਦੇ ਵਿਰੁੱਧ ਸਹਿਯੋਗ ਨਾ ਦਿੱਤਾ। ਸੋ ਇਹ ਵੀ ਇੱਕ ਵੱਡਾ ਰਿਹਾ। ਪਹਿਲਾਂ ਨੇਪਾਲ ਦੀ ਸਰਕਾਰ ਨੂੰ ਨਹੀਂ ਸਹਿਯੋਗ ਦਿੱਤਾ 1824 'ਚ, ਫਿਰ 1825 ਦੇ ਵਿੱਚ ਭਾਰਤਪੁਰ ਦੇ ਰਾਜੇ ਨੂੰ ਵੀ ਜਿਹੜਾ ਸਹਿਯੋਗ ਨਹੀਂ ਦਿੱਤਾ। 1826 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੁੰਦਾ ਹੈ ਤਾਂ ਅੰਗਰੇਜ਼ਾਂ ਨੇ ਉਸਦੇ ਇਲਾਜ ਲਈ ਡਾਕਟਰ ਮਰੇ ਨੂੰ ਜਿਹੜਾ ਭੇਜਿਆ ਤਾਂ ਕਿ ਉਸ ਦਾ ਜਿਹੜਾ ਉਹ ਇਲਾਜ ਜਾਂ ਟ੍ਰੀਟਮੈਂਟ ਹੋ ਸਕੇ, ਹੈ ਨਾ। ਔਰ 1828 ਦੇ ਵਿੱਚ ਜਦੋਂ ਗਵਰਨਰ ਜਨਰਲ ਭਾਰਤ ਤੋਂ ਇੰਗਲੈਂਡ ਵਾਪਸ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸਦੇ ਹੱਥ ਇੰਗਲੈਂਡ ਦੇ ਬਾਦਸ਼ਾਹ ਦੇ ਲਈ ਕੁਝ ਤੋਹਫੇ ਭੇਜੇ। ਮੀਨਸ ਹੈ ਨਾ ਇੱਕ ਦੂਸਰੇ ਦੇ ਨਾਲ ਮਿੱਤਰਤਾਪੂਰਨ ਸੰਬੰਧ ਬਣਾਉਣੇ ਤਾਂ ਕਿ ਦੋਨਾਂ ਦੇ ਵਿਚਕਾਰ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋ ਸਕੇ। ਗਿਫਟ ਵਗੈਰਾ ਇੱਕ ਦੂਸਰੇ ਨੂੰ ਭੇਜਦੇ ਸੀ ਤਾਂ ਕਿ ਸੰਬੰਧ ਜਿਹੜੇ ਉਹ ਅੱਛੇ ਬਣੇ ਰਹਿਣ, ਇੱਕ ਦੂਸਰੇ ਦੇ ਉੱਪਰ ਹਮਲਾ ਨਾ ਹੋ ਸਕੇ, ਸਮਰਾਜ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਉਹ ਨੁਕਸਾਨ ਨਾ ਹੋ ਪਾਵੇ, ਹੈ ਨਾ। ਸੋ ਇਸ ਦੇ ਕਾਰਨ ਸੀਗਾ। ਸੋ ਇਸ ਤੋਂ ਅੱਗੇ ਬਣਦਾ ਹੈ ਸਿੰਧ ਦਾ ਪ੍ਰਸ਼ਨ। ਸੋ ਕੁਐਸਚਨ ਆਫ ਸਿੰਧ 1831 ਦੇ ਵਿੱਚ ਕੀ ਹੁੰਦਾ ਹੈ। ਸੋ 30 ਤੱਕ ਵਧੀਆ ਸੰਬੰਧ ਚੱਲਦੇ ਨੇ। 1831 ਦੇ ਵਿੱਚ ਆ ਕੇ ਫਿਰ ਅੰਗਰੇਜ਼ਾਂ ਨੇ ਅਲੈਗਜ਼ੈਂਡਰ ਬਰਨਜ਼ ਨੂੰ ਸਿੰਧ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਭੇਜਿਆ ਕਿ ਉਸ ਇਲਾਕੇ ਦੇ ਬਾਰੇ ਹੈ ਨਾ ਪੂਰਾ ਡਿਟੇਲ ਜਿਹੜੀ ਉਹ ਕਲੈਕਟ ਕਰਕੇ ਲਿਆਓ, ਕਿਸ ਤਰੀਕੇ ਦਾ ਹੈ ਔਰ ਕਿਵੇਂ ਉਸ ਨੂੰ ਜਿੱਤਿਆ ਜਾ ਸਕਦਾ ਜਾਂ ਕਿਵੇਂ ਉਸ ਨੂੰ ਆਪਾਂ ਅਧੀਨ ਕਰ ਸਕਦੇ ਹਾਂ। ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਸ਼ੱਕ ਨਾ ਪਵੇ, ਇਸ ਲਈ ਉਸ ਨੂੰ ਰੋਪੜ ਦੇ ਵਿੱਚ ਵਿਖੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਦੀ ਇੱਕ ਮੁਲਾਕਾਤ ਦੇ ਲਈ ਜਿਹੜਾ ਭੇਜਿਆ ਗਿਆ ਤਾਂ ਕਿ ਰਣਜੀਤ ਸਿੰਘ ਨੂੰ ਇਹ ਸ਼ੱਕ ਨਾ ਹੋਵੇ ਕਿ ਉਹ ਸਿੰਧ ਦੇ ਬਾਰੇ ਜਾਣਕਾਰੀ ਹਾਸਲ ਕਰਨ ਆਏ ਹੋਏ ਨੇ, ਠੀਕ ਹੈ। ਸੋ ਇਸ ਕਾਰਨ ਕਰਕੇ ਉਹਨਾਂ ਨੇ ਲਾਰਡ ਵਿਲੀਅਮ ਬੈਂਟਿੰਕ ਦੇ ਨਾਲ ਇੱਕ ਮੁਲਾਕਾਤ ਦੇ ਲਈ ਉਹਨਾਂ ਨੂੰ ਸੱਦਾ ਭੇਜਿਆ ਤਾਂ ਕਿ ਰਣਜੀਤ ਸਿੰਘ ਉੱਧਰ ਉਲਝਣ ਅਤੇ ਜਿਹੜਾ ਅਲੈਗਜ਼ੈਂਡਰ ਬਰਨਜ਼ ਆ ਉਹ ਇਸ ਦੀ ਜਾਣਕਾਰੀ ਕਲੈਕਟ ਕਰ ਲਿਆ ਵੀ। ਤਾਂ ਇਹ ਮੁਲਾਕਾਤ ਜਿਹੜੀ ਹੈ ਇਹ 26 ਅਕਤੂਬਰ 1837 ਦੇ ਵਿੱਚ ਹੁੰਦੀ ਹੈਗੀ। ਓਕੇ, ਸੋ 1831 ਆ, ਠੀਕ ਹੈ, 37 ਨਹੀਂ ਹੈਗਾ ਇਸ ਨੂੰ ਧਿਆਨ। 1831 ਦੇ ਵਿੱਚ ਇਹ ਮੀਟਿੰਗ ਹੁੰਦੀ ਹੈ 26 ਅਕਤੂਬਰ ਨੂੰ। ਓਕੇ, ਔਰ ਦੂਜੇ ਪਾਸੇ ਅੰਗਰੇਜ਼ਾਂ ਨੇ ਸਿੰਧ ਦੇ ਨਾਲ ਸੰਧੀ ਕਰਨ ਦੇ ਲਈ ਕਰਨਲ ਪੋਟਿੰਗ ਨੂੰ ਜਿਹੜਾ ਹੈ ਉਹ ਭੇਜਿਆ ਤਾਂ ਕਿ ਉਹ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਇਸ ਸੰਧੀ ਨੂੰ ਕਰਨ ਦੇ ਵਿੱਚ ਕਾਮਯਾਬ ਹੋ ਸਕਣ। ਔਰ ਉਹਨਾਂ ਨੇ 1832 ਦੇ ਵਿੱਚ ਸਿੰਧ ਦੇ ਨਾਲ ਇੱਕ ਵਪਾਰਕ ਸੰਧੀ ਕਰਨ ਦੇ ਵਿੱਚ ਜਿਹੜਾ ਕਹਿ ਸਕਦੇ ਨਾ ਸਕਸੈਸਫੁਲ ਜਾਂ ਮਿਸ਼ਨ ਨੂੰ ਇਸ ਨੂੰ ਕਾਮਯਾਬ ਕਰ ਲਿਆ ਤਾਂ ਕਿ ਜਿਸ ਦੇ ਨਾਲ ਹੈ ਨਾ ਸਿੰਧ ਦੇ ਉੱਪਰ ਉਸਦਾ ਜਿਹੜਾ ਉਹ ਕਬਜ਼ਾ ਆਸਾਨੀ ਦੇ ਨਾਲ ਹੋ ਸਕੇ। ਸੋ ਇਸ ਤੋਂ ਬਾਅਦ ਜਿਹੜਾ ਹੈ ਸ਼ਿਕਾਰਪੁਰ ਦਾ ਪ੍ਰਸ਼ਨ ਵੀ ਆ ਜਾਂਦਾ ਹੈ, ਮੀਨਸ ਇਸ ਦੇ ਉੱਪਰ ਵੀ ਗੱਲ ਹੈ ਨਾ ਚੱਲਦੀ ਹੈ। ਤਾਂ 1836 ਦੇ ਵਿੱਚ ਮਜਾਰਿਸ ਨਾਂ ਦੇ ਇੱਕ ਕਬੀਲਾ ਸ਼ਿਕਾਰਪੁਰ ਦੇ 1836 ਦੇ ਵਿੱਚ ਜਿਹੜਾ ਕਹਿ ਸਕਦੇ ਆ ਮਜਾਰਸ ਨਾਂ ਦਾ ਇੱਕ ਕਬੀਲਾ ਸੀ, ਉਸਨੇ ਰਣਜੀਤ ਸਿੰਘ ਦੀ ਸੀਮਾਵਰਤੀ ਪ੍ਰਾਂਤ ਦੇ ਉੱਪਰ ਹਮਲਾ ਕਰ ਦਿੱਤਾ ਸੀਗਾ। ਸੋ ਇਸ ਕਬੀਲੇ ਨੇ, ਠੀਕ ਹੈ, ਔਰ ਰਣਜੀਤ ਸਿੰਘ ਨੇ ਨਾ ਕੇਵਲ ਇਹਨਾਂ ਨੂੰ ਹਰਾਇਆ ਸਗੋਂ ਸ਼ਿਕਾਰਪੁਰ ਦਾ ਜਿਹੜਾ ਇਲਾਕਾ ਸੀ ਉਸ ਨੂੰ ਵੀ ਆਪਣੇ ਅਧੀਨ ਕਰ ਲਿਆ ਸੀ। ਤਾਂ ਉਸ ਸਮੇਂ ਵੇਡ ਦੇ ਅਧੀਨ ਇੱਕ ਅੰਗਰੇਜ਼ੀ ਫੌਜ ਵੀ ਉੱਥੇ ਜਿਹੜਾ ਕਹਿ ਸਕਦੇ ਨਾ ਜੋ ਵੇਡ ਦੇ ਅਧੀਨ ਸੀਗੀ ਅੰਗਰੇਜ਼ੀ ਫੌਜ ਉਹ ਵੀ ਉੱਥੇ ਪਹੁੰਚ ਗਈ ਤਾਂ ਕਿ ਹੈ ਨਾ ਇਹਨਾਂ ਦਾ ਮੁਕਾਬਲਾ ਕੀਤਾ ਜਾ ਸਕੇ। ਔਰ ਮਜਬੂਰ ਹੋ ਕੇ ਰਣਜੀਤ ਸਿੰਘ ਨੂੰ ਇੱਥੇ ਪਿੱਛੇ ਹਟਣਾ ਪਿਆ ਸੀ ਕਿਉਂਕਿ ਅੰਗਰੇਜ਼ਾਂ ਦੇ ਨਾਲ ਲੜਾਈ ਕਰਨਾ ਉਸ ਦੇ ਲਈ ਇੱਕ ਅੱਛਾ ਨਹੀਂ ਮੰਨਿਆ ਜਾਂਦਾ ਸੀ ਕਿਉਂਕਿ ਉਹਨੂੰ ਸੁਭਾਅ ਪਤਾ ਸੀ ਕਿ ਜੇਕਰ ਆਪਾਂ ਇਹਨਾਂ ਨਾਲ ਲੜਾਂਗੇ ਤਾਂ ਕਿਤੇ ਨਾ ਕਿਤੇ ਆਪਣੀ ਹਾਰ ਹੋ ਜਾਣੀ ਹੈਗੀ ਆ, ਠੀਕ ਹੈ। ਸੋ ਇਹ ਸ਼ਿਕਾਰਪੁਰ ਦੇ ਕਾਰਨ ਜਿਹੜਾ ਕਹਿ ਸਕਦੇ ਲੜਾਈ ਹੁੰਦੀ ਹੈ। ਸੋ ਉੱਥੇ ਵੀ ਸ਼ਿਕਾਰਪੁਰ ਦਾ ਇਲਾਕਾ ਜਿਹੜਾ ਉਹ ਅੰਗਰੇਜ਼ ਆਸਾਨੀ ਦੇ ਨਾਲ ਜਿੱਤ ਲੈਂਦੇ ਨੇ, ਉੱਥੋਂ ਪਿੱਛੇ ਹਟ ਜਾਂਦਾ ਹੈ ਕਾਕਾ। ਇਸ ਤੋਂ ਅੱਗੇ ਫਿਰੋਜ਼ਪੁਰ ਦੀ ਗੱਲ ਹੁੰਦੀ ਹੈ। ਤਾਂ ਫਿਰੋਜ਼ਪੁਰ ਦੇ ਵਿੱਚ ਗੱਲ ਕੀ ਹੁੰਦੀ ਹੈ ਕਿ ਇਹ ਖੇਤਰ ਜਿਹੜਾ ਸੀਗਾ ਇਹ ਲਾਹੌਰ ਤੋਂ ਤਕਰੀਬਨ 40 ਮੀਲ ਦੀ ਵਿੱਥ ਦੇ ਉੱਪਰ ਸਥਿਤ ਸੀਗਾ ਔਰ ਇੱਥੇ ਅੰਗਰੇਜ਼ ਰਣਜੀਤ ਸਿੰਘ ਦੇ ਰਾਜ ਦੀਆਂ ਸਰਗਰਮੀਆਂ ਬਾਰੇ ਚੰਗੀ ਜਾਣਕਾਰੀ ਜਿਹੜੀ ਉਹ ਪ੍ਰਾਪਤ ਕਰ ਸਕਦੇ ਸੀ ਜੇਕਰ ਇਸ ਦੇ ਉੱਪਰ ਇਸ ਦਾ ਕਬਜ਼ਾ ਹੋ ਜਾਂਦਾ ਤਾਂ।
ਅੰਗਰੇਜ਼ ਭਾਵੇਂ ਫਿਰੋਜ਼ਪੁਰ ਵੱਲ ਕਾਫੀ ਸਮੇਂ ਤੋਂ ਜਿਹੜੀਆਂ ਕਹਿ ਸਕਦੇ ਹਾਂ ਦੇਖ ਰਹੇ ਸੀਗੇ ਕਿ ਇਸ ਇਲਾਕੇ ਨੂੰ ਆਪਣੇ ਅਧੀਨ ਕੀਤਾ ਜਾਵੇ, ਕਿਉਂਕਿ ਇਸ ਤੋਂ ਸਿੱਧਾ ਸੰਪਰਕ ਕੀਤਾ ਜਾ ਸਕਦਾ ਸੀ ਲਾਹੌਰ ਦਰਬਾਰ ਦੇ ਨਾਲ, ਠੀਕ ਹੈ, ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਸੀ। ਪਰ ਉਹ ਇਸ ਚੀਜ਼ ਤੋਂ ਵੀ ਡਰਦੇ ਸੀਗੇ ਕਿ ਜੇਕਰ ਰਣਜੀਤ ਸਿੰਘ ਨੂੰ ਇਸ ਚੀਜ਼ ਦਾ ਪਤਾ ਲੱਗਿਆ ਤਾਂ ਉਹ ਇਸ ਦੇ ਨਾਲ ਨਾਰਾਜ਼ ਹੋ ਜਾਵੇਗਾ ਅਤੇ ਜਿਸ ਦੇ ਨਾਲ ਸਥਿਤੀ ਜਿਹੜੀ ਹੈ ਉਹ ਫਿਰ ਤੋਂ ਵਿਗੜ ਜਾਵੇਗੀ, ਠੀਕ ਹੈ। ਸੋ ਇਸ ਲਈ ਉਹ ਇਸ ਦੇ ਉੱਪਰ ਜ਼ਿਆਦਾ ਐਕਟਿਵ ਨਹੀਂ ਰਹੇ। ਪਰ 1835 ਦੇ ਵਿੱਚ ਫਿਰੋਜ਼ਪੁਰ ਉੱਪਰ ਰਣਜੀਤ ਸਿੰਘ ਦੇ ਇਸੇ ਕਾਰਨ ਕੀ ਕਹਿ ਸਕਦੇ ਹਾਂ ਕਿ 1835 ਦੇ ਵਿੱਚ ਫਿਰੋਜ਼ਪੁਰ ਉੱਤੇ ਰਣਜੀਤ ਸਿੰਘ ਦਾ ਅਧਿਕਾਰ ਜਿਹੜਾ ਉਹ ਅੰਗਰੇਜ਼ ਮੰਨ ਲੈਂਦੇ ਨੇ ਕਿ ਤੁਸੀਂ ਇਸ ਦੇ ਉੱਪਰ ਜਿਹੜਾ ਸ਼ਾਸਨ ਉਹ ਕਰ ਸਕਦੇ ਹੋ, ਔਰ ਅੰਗਰੇਜ਼ਾਂ ਨੂੰ ਰਣਜੀਤ ਸਿੰਘ ਦੀ ਮਿੱਤਰਤਾ ਦੀ ਕੋਈ ਖਾਸ ਲੋੜ ਨਹੀਂ ਸੀਗੀ, ਠੀਕ ਹੈ। ਸੋ ਇੱਥੇ ਮਤਲਬ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਜੇਕਰ ਨਹੀਂ ਵੀ ਕਰੇਗਾ ਤਾਂ ਵੀ ਕੋਈ ਚੱਕਰ ਨਹੀਂ, ਕਿਉਂਕਿ ਜੇਕਰ ਇੱਕ ਵਾਰੀ ਇੱਥੇ ਉਹਨਾਂ ਦਾ ਜਿਹੜਾ ਸ਼ਾਸਨ ਹੋ ਗਿਆ ਫਿਰ ਉਸ ਤੋਂ ਬਾਅਦ ਉਹ ਹਮੇਸ਼ਾ ਲਈ ਜਿਹੜਾ ਇਸ 'ਤੇ ਨਾ ਰਾਜ ਕਰ ਸਕਣਗੇ। ਤਾਂ ਇਸੇ ਲਈ ਉਹਨਾਂ ਨੇ 1835 ਦੇ ਵਿੱਚ ਅੰਗਰੇਜ਼ਾਂ ਨੇ ਜ਼ਬਰਦਸਤੀ ਫਿਰੋਜ਼ਪੁਰ ਦੇ ਉੱਪਰ ਕਬਜ਼ਾ ਕਰ ਲਿਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਜੇਕਰ ਰਣਜੀਤ ਸਿੰਘ ਦੇ ਨਾਲ ਅਸੀਂ ਮਿੱਤਰਤਾ ਰੱਖਾਂਗੇ ਹੁਣ ਸਾਨੂੰ ਕੋਈ ਫਰਕ ਨਹੀਂ ਪਊਗਾ, ਜੇਕਰ ਨਾ ਰੱਖਾਂਗੇ ਤਾਂ ਵੀ ਕੋਈ ਫਰਕ ਜਿਹੜਾ ਨਹੀਂ ਪਊਗਾ, ਠੀਕ ਹੈ। ਸੋ ਇਸ ਲਈ ਰਣਜੀਤ ਸਿੰਘ ਇੱਥੇ ਵੀ ਜਿਹੜਾ ਕਹਿ ਸਕਦੇ ਹੈਗੇ ਕਿ ਹਟ ਜਾਂਦਾ ਪਿੱਛੇ, ਸੋ ਲੜਾਈ ਨਹੀਂ ਕਰਦਾ ਹੈਗਾ, ਹੈ ਨਾ। ਔਰ 1838 ਦੇ ਵਿੱਚ ਜਿਹੜਾ ਅੰਗਰੇਜ਼ ਸੀਗੇ ਉਹਨਾਂ ਨੇ ਇੱਥੇ ਇੱਕ ਸੈਨਿਕ ਛਾਉਣੀ ਜਿਹੜੀ ਬਣਾ ਲਈ ਤਾਂ ਕਿ ਇੱਥੋਂ ਦੇ ਪੱਖ ਨੂੰ ਜਿਹੜਾ ਹੈ ਉਹ ਮਜ਼ਬੂਤ ਕੀਤਾ ਜਾ ਸਕੇ ਅਤੇ ਜੇਕਰ ਅੰਗਰੇਜ਼ਾਂ ਸਿੱਖਾਂ ਦੇ ਨਾਲ ਲੜਾਈ ਹੁੰਦੀ ਹੈ ਤਾਂ ਉਸ ਨੂੰ ਹਰਾ ਦਿੱਤਾ ਜਾ ਸਕੇ ਇਸ ਨਾਲ, ਠੀਕ ਹੈ। ਔਰ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੁਆਰਾ ਫਿਰੋਜ਼ਪੁਰ ਉੱਤੇ ਕਬਜ਼ਾ ਕਰਨ ਅਤੇ ਇੱਥੇ ਛਾਉਣੀ ਬਣਾਏ ਜਾਣ ਦੇ ਕਾਰਨ ਬੜਾ ਗੁੱਸਾ ਜਿਹੜਾ ਮਨਾਇਆ ਸੀ, ਪਰ ਅੰਗਰੇਜ਼ਾਂ ਨੇ ਇਸ ਦੀ ਕੋਈ ਜਿਹੜੀ ਪਰਵਾਹ ਨਹੀਂ ਕੀਤੀ। ਸੋ ਉਹਨਾਂ ਨੇ ਆਰਾਮ ਦੇ ਨਾਲ ਉਸ ਦੇ ਉੱਪਰ ਕਬਜ਼ਾ ਕੀਤਾ, ਕੋਈ ਬਿਨਾਂ ਪਰਵਾਹ ਕੀਤੇ ਉਸ 'ਤੇ ਕਹਿ ਸਕਦੇ ਹੈਗੇ ਚੱਲਦੇ ਰਹੇ। ਹਾਲਾਂਕਿ ਰਣਜੀਤ ਸਿੰਘ ਬੜਾ ਕਹਿ ਸਕਦੇ ਇੱਥੇ ਗੁੱਸੇ ਦੇ ਵਿੱਚ ਰਿਹਾ, ਸੋ ਉਸਨੂੰ ਬੜਾ ਕੁਛ ਕਰਨਾ ਪਿਆ, ਬਟ ਫਿਰ ਵੀ ਉਹਨਾਂ ਨੂੰ ਇਸ ਚੀਜ਼ ਦੇ ਉੱਪਰ ਮੰਨਣਾ ਪਿਆ। ਨੈਕਸਟ ਹੈ ਤ੍ਰੈਪੱਖੀ ਸੰਧੀ। ਸੋ ਤ੍ਰੈਪੱਖੀ ਸੰਧੀ ਕਿਸੇ ਕਿ 1837 ਦੇ ਵਿੱਚ ਰੂਸ ਸੀਗਾ ਜਿਹੜਾ ਉਹ ਏਸ਼ੀਆ ਦੇ ਵੱਲ ਮੂਵ ਕਰ ਰਿਹਾ ਸੀਗਾ ਤਾਂ ਕਿ ਏਸ਼ੀਆ ਦੇ ਇਲਾਕੇ ਨੂੰ ਜਿਹੜਾ ਹੈ ਉਹ ਜਿੱਤਿਆ ਜਾ ਸਕੇ, ਠੀਕ ਹੈ। ਔਰ ਅੰਗਰੇਜ਼ਾਂ ਨੂੰ ਇਹ ਖਤਰਾ ਪੈਦਾ ਹੋ ਚੁੱਕਿਆ ਸੀਗਾ ਕਿ ਕਿਧਰੇ ਜਿਹੜਾ ਰੂਸ ਆ ਉਹ ਅਫਗਾਨਿਸਤਾਨ ਦੇ ਰਸਤੇ ਰਾਹੀਂ ਭਾਰਤ ਦੇ ਵਿੱਚ ਐਂਟਰ ਨਾ ਹੋ ਜਾਵੇ। ਜੇਕਰ ਉਹ ਭਾਰਤ ਰਾਹੀਂ ਐਂਟਰ ਹੋ ਗਿਆ ਅਫਗਾਨਿਸਤਾਨ ਰਾਹੀਂ ਐਂਟਰ ਹੋ ਗਿਆ ਤਾਂ ਫਿਰ ਉਹਨਾਂ ਦਾ ਮੁਕਾਬਲਾ ਕਰਨਾ ਅੰਗਰੇਜ਼ਾਂ ਦੇ ਲਈ ਜਿਹੜਾ ਔਖਾ ਹੋ ਜਾਵੇਗਾ। ਤਾਂ ਇਸ ਹਮਲੇ ਨੂੰ ਰੋਕਣ ਦੇ ਲਈ ਅੰਗਰੇਜ਼ਾਂ ਨੇ ਕੀ ਕੀਤਾ ਕਿ ਅਫਗਾਨਿਸਤਾਨ ਦੇ ਹਾਕਮ ਦੋਸਤ ਮੁਹੰਮਦ ਖਾਨ ਦੇ ਨਾਲ ਜਿਹੜਾ ਦੋਸਤੀ ਕਰ ਲਈ, ਤਾਂ ਕਿ ਜੇਕਰ ਕਈ ਵਾਰ ਰੂਸ ਇਸ ਰਸਤੇ ਰਾਹੀਂ ਆਉਂਦਾ ਤਾਂ ਦੋਸਤ ਮੁਹੰਮਦ ਖਾਨ ਪਹਿਲਾਂ ਹੀ ਉਹਨਾਂ ਦੇ ਨਾਲ ਨਿਪਟੇਗਾ, ਉਦੋਂ ਤੱਕ ਨਾਲੇ ਅੰਗਰੇਜ਼ ਜਿਹੜਾ ਉਹਨਾਂ ਦਾ ਸਾਥ ਵੀ ਦੇਣਗੇ, ਜਿਸ ਦੇ ਨਾਲ ਉਹ ਆਸਾਨੀ ਦੇ ਨਾਲ ਇਸ ਦੇ ਵਿੱਚ ਐਂਟਰ ਨਹੀਂ ਹੋ ਸਕਣਗੇ। ਤਾਂ ਇਸ ਲਈ ਅੰਗਰੇਜ਼ਾਂ ਨੇ ਕੈਪਟਨ ਅਲੈਗਜ਼ੈਂਡਰ ਬਰਨਜ਼ ਨੂੰ ਅਫਗਾਨਿਸਤਾਨ ਭੇਜਿਆ ਤਾਂ ਕਿ ਦੋਸਤ ਮੁਹੰਮਦ ਖਾਨ ਦੇ ਨਾਲ ਜਿਹੜਾ ਹੈ ਦੋਸਤਾਨਾ ਸੰਬੰਧ ਜਿਹੜੇ ਉਹ ਸਥਾਪਿਤ ਕੀਤੇ ਜਾ ਸਕਣ, ਠੀਕ ਹੈ। ਤਾਂ ਦੋਸਤ ਮੁਹੰਮਦ ਖਾਨ ਨੇ ਅੰਗਰੇਜ਼ਾਂ ਦੇ ਅੱਗੇ ਇਹ ਸ਼ਰਤ ਰੱਖੀ ਕਿ ਜੇਕਰ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਪੇਸ਼ਾਵਰ ਦਾ ਇਲਾਕਾ ਲੈ ਕੇ ਦੇਣਗੇ ਤਾਂ ਉਹ ਉਹਨਾਂ ਦੇ ਨਾਲ ਸੰਧੀ ਕਰਨ ਦੇ ਲਈ ਤਿਆਰ ਹੈ, ਜੇਕਰ ਉਹ ਪੇਸ਼ਾਵਰ ਦਾ ਇਲਾਕਾ ਨਹੀਂ ਦੇ ਕੇ ਦੇਣਗੇ ਤਾਂ ਉਹਨਾਂ ਦਾ ਉਹ ਸਾਥ ਨਹੀਂ ਦੇਣਗੇ, ਅਜਿਹੀ ਉਹਨਾਂ ਨੇ ਸ਼ਰਤ ਰੱਖੀ। ਪਰ ਇਸ ਸਮੇਂ ਅੰਗਰੇਜ਼ਾਂ ਦੇ ਲਈ ਦੋਸਤ ਮੁਹੰਮਦ ਖਾਨ ਨਾਲੋਂ ਰਣਜੀਤ ਸਿੰਘ ਦੀ ਮਿੱਤਰਤਾ ਉਹ ਵਧੇਰੇ ਲੋੜੀਂਦੀ ਸੀ, ਕਿਉਂਕਿ ਵੱਡੀ ਸੈਨਾ ਉਸ ਕੋਲੇ ਸੀਗੀ, ਸਮਰਾਜ ਵੀ ਉਸ ਕੋਲੇ ਸੀਗਾ। ਤਾਂ ਸੁਭਾਵਿਕ ਸੀ ਕਿ ਅਫਗਾਨਿਸਤਾਨ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਐਂਟਰ ਹੋਣਗੇ ਅਤੇ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸੀ ਤਾਂ ਉਹ ਉਹਨਾਂ ਨੂੰ ਕਹਿ ਸਕਦੇ ਰੋਕ ਸਕਦਾ ਸੀ ਕਿਸੇ ਨਾ ਕਿਸੇ ਤਰੀਕੇ ਲਈ। ਇਸ ਲਈ ਉਹ ਮਹਾਰਾਜਾ ਰਣਜੀਤ ਸਿੰਘ ਤੋਂ ਪੇਸ਼ਾਵਰ ਦਾ ਇਲਾਕਾ ਖੋਹ ਕੇ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਸੀ, ਕਿਉਂਕਿ ਜੇਕਰ ਉਹ ਨਾਰਾਜ਼ ਹੋ ਜਾਂਦਾ ਵੱਡੀ ਸ਼ਕਤੀ ਜਿਹੜੀ ਹੈ ਉਹਨਾਂ ਦੇ ਹੱਥੋਂ ਜਾ ਸਕਦੀ ਸੀਗੀ। ਤਾਂ ਜਦੋਂ ਦੋਸਤ ਮੁਹੰਮਦ ਖਾਨ ਪੇਸ਼ਾਵਰ ਦੀ ਛੱਤ ਛੱਡਣ ਦੇ ਲਈ ਤਿਆਰ ਨਹੀਂ ਹੋਇਆ ਤਾਂ ਅੰਗਰੇਜ਼ਾਂ ਨੇ ਅਫਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹਜਹਾਨ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਕਿ ਉਸ ਨੂੰ ਕਿਸ ਤਰੀਕੇ ਦੇ ਨਾਲ ਮਨਾਇਆ ਜਾ ਸਕੇ। ਔਰ ਇਹ ਫੈਸਲਾ ਕੀਤਾ ਗਿਆ ਕਿ ਦੋਸਤ ਮੁਹੰਮਦ ਖਾਨ ਨੂੰ ਗੱਦੀ ਤੋਂ ਉਤਾਰ ਕੇ ਸ਼ਾਹਜਹਾਂ ਨੂੰ ਜਿਹੜਾ ਹੈ ਅਫਗਾਨਿਸਤਾਨ ਦਾ ਨਵਾਂ ਸ਼ਾਸਕ ਬਣਾ ਦਿੱਤਾ ਤਾਂ ਕਿ ਉਹਨਾਂ ਦੇ ਨਾਲ ਉਹ ਦੋਸਤੀਪੂਰਨ ਸੰਬੰਧ ਜਿਹੜੇ ਉਹ ਸਥਾਪਿਤ ਕਰ ਸਕੇ। ਔਰ ਅੰਗਰੇਜ਼ਾਂ ਨੇ ਰਣਜੀਤ ਸਿੰਘ ਨੂੰ ਇਸ ਸਮਝੌਤੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਤਾਂ ਕਿ ਇਸ ਨੂੰ ਜਿਹੜਾ ਕਹਿ ਸਕਦੇ ਹੱਲ ਕੀਤਾ ਜਾ ਸਕੇ। ਬਟ ਰਣਜੀਤ ਸਿੰਘ ਸੀਗਾ ਜਿਹੜਾ ਉਹ ਇਸ ਸਮਝੌਤੇ ਦੇ ਵਿੱਚ ਹਿੱਸਾ ਲੈਣ ਦੇ ਲਈ ਤਿਆਰ ਨਹੀਂ ਸੀਗਾ, ਉਹ ਇਸ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਸੀ। ਬਟ ਅੰਗਰੇਜ਼ ਰੈਜ਼ੀਡੈਂਟ ਮੈਕਨਾਟਨ ਦੀਆਂ ਧਮਕੀਆਂ ਦੇ ਕਾਰਨ ਅੰਤ ਦੇ ਵਿੱਚ ਜਿਹੜਾ ਰਣਜੀਤ ਸਿੰਘ ਨੂੰ ਫਿਰ ਇੱਥੇ ਝੁਕਣਾ ਪਿਆ ਅਤੇ ਉਹ ਇਸ ਸੰਧੀ ਦੇ ਵਿੱਚ ਸ਼ਾਮਲ ਹੋ ਗਿਆ। ਅਤੇ ਇਸ ਸੰਧੀ ਦੇ ਦੌਰਾਨ ਕੀ ਹੋਇਆ ਕਿ 26 ਜੂਨ 1838 ਨੂੰ ਤ੍ਰੈਪੱਖੀ ਸੰਧੀ ਹੁੰਦੀ ਹੈ। ਤ੍ਰੈਪੱਖੀ ਦਾ ਮਤਲਬ 3 ਵਿਅਕਤੀ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ, ਅੰਗਰੇਜ਼ ਸ਼ਾਮਲ ਹੁੰਦੇ ਹੈਗੇ ਨੇ, ਠੀਕ ਹੈ। ਇਸ ਦੇ ਵਿੱਚ ਦੂਸਰਾ ਅਫਗਾਨਿਸਤਾਨ ਦਾ ਸ਼ਾਸਕ ਸ਼ਾਹਜਹਾਂ ਰਹਿੰਦਾ ਹੈ ਅਤੇ ਤੀਸਰਾ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਉਹ ਇਸ ਦੇ ਵਿੱਚ ਸ਼ਾਮਲ ਰਹਿੰਦਾ ਹੈ। ਤਾਂ ਤਿੰਨਾਂ ਦੇ ਵਿਚਕਾਰ ਇਹ ਸੰਧੀ ਹੁੰਦੀ ਹੈ ਔਰ ਇਸ ਸੰਧੀ ਦਾ ਮੇਨ ਮਕਸਦ ਸੀਗਾ ਕਿ ਜੇਕਰ ਰੂਸ ਭਾਰਤ ਦੇ ਉੱਪਰ ਹਮਲਾ ਕਰੇਗਾ ਤਾਂ ਇਹ ਮਿਲ ਕੇ ਜਿਹੜਾ ਹੈ ਉਸ ਦਾ ਵਿਰੋਧ ਕਰਨਗੇ। ਓਕੇ, ਤਾਂ ਤ੍ਰੈਪੱਖੀ ਸੰਧੀ ਦੀਆਂ ਸ਼ਰਤਾਂ ਕੀ ਸੀਗੀਆਂ? ਸੋ ਪਹਿਲਾ ਸੀ ਕਿ ਸ਼ਾਹ ਸ਼ੁਜਾ ਸੀਗਾ ਜਿਹੜਾ ਉਹ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਹਿਯੋਗ ਦੇ ਨਾਲ ਅਫਗਾਨਿਸਤਾਨ ਦਾ ਬਾਦਸ਼ਾਹ ਜਿਹੜਾ ਉਹ ਬਣਾਇਆ ਜਾਵੇਗਾ, ਯਾਨੀ ਕਿ ਅੰਗਰੇਜ਼ ਅਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਸਪੋਰਟ ਕਰਨਗੇ ਅਫਗਾਨਿਸਤਾਨ ਦਾ ਬਾਦਸ਼ਾਹ ਬਣਾਉਣ ਦੇ ਲਈ।
और शाहजहाँ ने महाराजा रणजीत सिंह ਦੇ ਦੁਆਰਾ ਜਿੱਤੇ ਗਏ ਸਾਰੇ ਅਫਗਾਨ ਇਲਾਕਿਆਂ ਉੱਤੇ ਉਸ ਦਾ ਅਧਿਕਾਰ ਜਿਹੜਾ ਉਹ ਮੰਨ ਲਿਆ ਸੀ। ਮੀਨਸ ਕਿ ਮਹਾਰਾਜਾ ਰਣਜੀਤ ਸਿੰਘ ਨੇ ਜੋ ਇਲਾਕੇ ਜਿੱਤੇ ਸੀ ਹੁਣ ਉਹ ਸ਼ਾਹਜਹਾਂ ਨੂੰ ਜਿਹੜਾ ਦੇ ਦਿੱਤੇ ਸੀ। ਮਤਲਬ ਕਿ ਮਹਾਰਾਜਾ ਰਣਜੀਤ ਸਿੰਘ ਦੀ ਪਾਵਰ ਜਿਹੜੀ ਉਹ ਘਟ ਗਈ ਸੀ, ਉਸ ਦਾ ਸਮਰਾਜ ਜਿਹੜਾ ਉਹ ਘਟ ਰਿਹਾ ਸੀਗਾ। ਓਕੇ। ਔਰ ਸਿੰਧ ਦੇ ਸੰਬੰਧ ਦੇ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਮਿਆਨ ਜਿਹੜੇ ਫੈਸਲੇ ਹੋਣਗੇ, ਸ਼ਾਹ ਸੁਜਾਨ ਨੇ ਉਹਨਾਂ ਨੂੰ ਮੰਨਣ ਦਾ ਵਚਨ ਦਿੱਤਾ ਕਿ ਜੇਕਰ ਕੋਈ ਵੀ ਫੈਸਲਾ ਹੋਵੇਗਾ ਇਹਨਾਂ ਦੋਨਾਂ ਦੇ ਵਿਚਕਾਰ, ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ, ਤਾਂ ਉਸ ਨੂੰ ਮੰਨੇਗਾ। ਯਾਨੀ ਕਿ ਜੋ ਵੀ ਫੈਸਲਾ ਹੋਵੇਗਾ ਸ਼ਾਹਜਹਾਂ ਉਸ ਨੂੰ ਮੰਨੇਗਾ। ਸ਼ਾਹਜਹਾਂ ਅੰਗਰੇਜ਼ਾਂ ਅਤੇ ਸਿੱਖਾਂ ਦੀ ਆਗਿਆ ਤੋਂ ਬਿਨਾਂ ਦੁਨੀਆ ਦੇ ਕਿਸੇ ਵੀ ਹੋਰ ਸ਼ਕਤੀ ਦੇ ਨਾਲ ਕੋਈ ਸੰਬੰਧ ਸਥਾਪਿਤ ਨਹੀਂ ਕਰੇਗਾ। ਦੋਨੋਂ ਤੋਂ ਪਰਮਿਸ਼ਨ ਲੈਣੀ ਪਵੇਗੀ। ਸੋ ਵੈਸੇ ਸੁਭਾਵ ਨਹੀਂ ਸੀ ਕੋਈ ਕਰ ਸਕਣ, ਬਟ ਫਿਰ ਵੀ ਕੋਈ ਅਜਿਹੀ ਸਥਿਤੀ ਹੋਵੇਗੀ ਤਾਂ ਉਹ ਇਹਨਾਂ ਨਾਲ ਗੱਲਬਾਤ ਜ਼ਰੂਰ ਕਰੇਗਾ। ਇੱਕ ਦੇਸ਼ ਦਾ ਦੁਸ਼ਮਣ ਦੂਜੇ ਦੋ ਦੇਸ਼ਾਂ ਦਾ ਦੁਸ਼ਮਣ ਵੀ ਸਮਝਿਆ ਜਾਵੇਗਾ, ਚਾਹੇ ਉਹ ਰਣਜੀਤ ਸਿੰਘ ਦਾ ਹੋਵੇ, ਚਾਹੇ ਉਹ ਅੰਗਰੇਜ਼ਾਂ ਦਾ ਹੋਵੇ, ਚਾਹੇ ਉਹ ਸ਼ਾਹਜਹਾਂ ਦਾ ਹੋਵੇ। ਸੋ ਕਿਸੇ ਦਾ ਵੀ ਹੋਵੇ ਤਾਂ ਉਹ ਦੋ ਜਿਹੜੇ ਰਾਜ ਰਹਿ ਜਾਣਗੇ, ਠੀਕ ਹੈ, ਸ਼ਕਤੀਆਂ ਰਹਿ ਜਾਣਗੀਆਂ, ਉਹਨਾਂ ਦਾ ਵੀ ਉਹ ਦੁਸ਼ਮਣ ਮੰਨਿਆ ਜਾਵੇਗਾ। ਯਾਨੀ ਕਿ ਮਿਲ ਕੇ ਤਿੰਨੋਂ ਜਿਹੜਾ ਉਸ ਦਾ ਵਿਰੋਧ ਕਰਨਗੀਆਂ। ਠੀਕ ਹੈ। ਸ਼ਾਹਜਹਾਂ ਨੂੰ ਤਖਤ ਉੱਤੇ ਬਿਠਾਉਣ ਦੇ ਲਈ ਮਹਾਰਾਜਾ ਰਣਜੀਤ ਸਿੰਘ 5000 ਸੈਨਿਕਾਂ ਦੇ ਨਾਲ ਮਦਦ ਕਰੇਗਾ ਅਤੇ ਸ਼ਾਹਜਹਾਂ ਇਸ ਬਦਲੇ ਮਹਾਰਾਜੇ ਨੂੰ 2 ਲੱਖ ਰੁਪਏ ਜਿਹੜਾ ਕਹਿ ਸਕਦੇ ਨਜ਼ਰਾਨਾ ਦਿਆ ਕਰੇਗਾ। ਓਕੇ। ਸੋ ਇਹ ਫੈਸਲਾ ਇਸ ਤਰ੍ਹਾਂ ਪੱਕੀ ਸੰਧੀ ਦੇ ਵਿੱਚ ਹੋਇਆ ਸੀਗਾ ਅਤੇ ਅੰਤ ਦੇ ਵਿੱਚ ਕੇ ਖੋਲਰ ਦੇ ਵਿਚਾਰ ਦੇ ਅਨੁਸਾਰ ਕਹਿ ਸਕਦੇ ਹਾਂ ਕਿ 26 ਜੂਨ 1838 ਦੀ ਤ੍ਰੈਪੱਖੀ ਸੰਧੀ ਨੇ ਸਿੱਖਾਂ ਦੀਆਂ ਸਿੰਧ ਬਾਰੇ ਇਛਾਵਾਂ ਦੇ ਕਫਨ ਵਿੱਚ ਆਖਰੀ ਕਿੱਲ ਜਿਹੜਾ ਉਹ ਕੱਢਣ ਦਾ ਕੰਮ ਕੀਤਾ। ਯਾਨੀ ਕਿ ਇਸ ਦੇ ਨਾਲ ਸਿੱਖਾਂ ਦੀ ਜਿਹੜੀ ਕਹਿ ਸਕਦੇ ਹਾਂ ਸ਼ਕਤੀ ਉਹ ਕਮਜ਼ੋਰ ਹੋ ਗਈ ਅਤੇ ਮਹਾਰਾਜਾ ਰਣਜੀਤ ਸਿੰਘ 28 ਜੂਨ 1839 ਨੂੰ ਜਿਹੜਾ ਹੈ ਸਵਰਗ ਸਿਧਾਰ ਜਾਂਦਾ ਹੈ, ਮੌਤ ਹੋ ਜਾਂਦੀ ਹੈ, ਜਿਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਵੀ ਬਿਲਕੁਲ ਖਤਮ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹਨਾਂ ਦੇ ਸਾਰੇ ਉੱਤਰਾਧਿਕਾਰੀ ਨਾਕਾਮਯਾਬ ਰਹਿੰਦੇ ਨੇ, ਉਹ ਉਸ ਦੇ ਉੱਪਰ ਆਪਣਾ ਸ਼ਾਸਨ ਉਸ ਤਰ੍ਹਾਂ ਇਸਟੈਬਲਿਸ਼ ਨਹੀਂ ਕਰ ਪਾਉਂਦੇ ਜਿਸ ਤਰੀਕੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਕੀਤਾ ਸੀ। ਓਕੇ। ਸੋ ਇਹ ਸੀ ਸਾਡਾ ਅੱਜ ਦਾ ਟੌਪਿਕ ਜਿਸ ਦੇ ਵਿੱਚ ਐਂਗਲੋ ਸਿੱਖ ਰਿਲੇਸ਼ਨ ਦੇ ਬਾਰੇ ਆਪਾਂ ਡਿਸਕਸ ਕੀਤਾ ਹੈ। ਸੋ ਉਮੀਦ ਕਰਦਾ ਕਿ ਸਾਰਿਆਂ ਦੇ ਲਈ ਹੈਲਪਫੁਲ ਰਿਹਾ ਹੋਊਗਾ, ਸਭ ਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਥੈਂਕ ਯੂ ਸੋ ਮਚ।